ਵਿੱਚ ਦੋ ਪਾਰਟੀਆਂ ਅਹਿਮ ਹੋ ਜਾਂਦੀਆਂ ਨੇ, ਜਿਹੜੀ ਇੱਕ ਆਪਣੇ ਆਪ ਨੂੰ ਕੱਟੜ ਇਮਾਨਦਾਰ ਦੱਸਦੀ ਹੈ ਦੇਸ਼ ਦੇ ਅੰਦਰ ਸਭ ਤੋਂ ਵੱਧ, ਤੇ ਦੂਸਰੀ ਕਹਿੰਦੀ ਹੈ ਕਿ ਸਾਡੇ ਤੋਂ ਵੱਡੀ ਰਾਸ਼ਟਰਵਾਦੀ ਪਾਰਟੀ ਨਹੀਂ ਹੋ ਸਕਦੀ। ਉਹ ਆ ਜਿਹੜਾ ਕੱਟੜ ਇਮਾਨਦਾਰ ਬੈਟਰ ਦੈਨ ਦਾਊ ਵਾਲੀ ਜਿਹੜੀ ਪੋਜੀਸ਼ਨ ਹੈ, ਲੋਕਾਂ ਨੇ ਆਹੀ ਤਾਂ ਸੋਚ ਕੇ ਤੁਹਾਨੂੰ ਵੋਟਾਂ ਦਿੱਤੀਆਂ ਸੀਗੀਆਂ। ਕਹਿੰਦੇ ਪੰਜਾਬ ਦੇ ਵਿੱਚ ਇੱਕ ਵੀ ਝੂਠਾ ਪਰਚਾ ਦਰਜ ਨਹੀਂ ਹੋਇਆ। ਵਿਜੀਲੈਂਸ ਨੇ ਆਪਣਾ ਕੰਮ ਬਖੂਬੀ ਕੀਤਾ, ਖਾਸ ਕਰਕੇ ਸਾਬਕਾ ਕਾਂਗਰਸੀਆਂ ਤੇ ਹੁਣ ਤੱਕ ਜਿਹੜੀ ਕਾਰਵਾਈ ਹੋਈ ਹੈ। ਕੱਲ੍ਹ ਲੁਧਿਆਣੇ ਦੇ ਅੰਦਰ ਇੱਕ ਜਰਨਲਿਸਟ, ਤੁਹਾਡੀ ਕਮਿਊਨਿਟੀ ਚੋਂ ਇੱਕ ਲੇਡੀ ਨੂੰ ਜਰਨਲਿਸਟ ਨੂੰ ਗ੍ਰਿਫਤਾਰ ਕੀਤਾ ਗਿਆ। ਉਹਦਾ ਕਸੂਰ ਕੀ ਹੈ? ਉਹਦਾ ਕਸੂਰ ਹੈ ਵੀ ਉਹਨਾਂ ਨੇ ਕੇਜਰੀਵਾਲ ਸਾਹਿਬ ਦੇ ਸ਼ੀਸ਼ ਮਹਿਲ ਦਾ ਜਿਹੜਾ ਫੋਟੋ ਹੈ, ਉੱਥੇ ਬੈਠ ਕੇ ਉਹਨਾਂ ਦੇ ਚੈਨਲ ਨੇ ਕੈਮਰੇ ਲਾ ਰੱਖੇ ਤੇ ਸਵੇਰੇ ਤੇ ਆਥਣੇ ਸ਼ੀਸ਼ ਮਹਿਲ ਦੀਆਂ ਚਰਚਾਵਾਂ ਹੁੰਦੀਆਂ। ਜੇ ਭਗਵੰਤ ਮਾਨ ਜੀ ਇਹਨੂੰ ਸਹੀ ਪਰਚਾ ਮੰਨਦੇ ਹੈ ਤਾਂ ਫਿਰ ਤਾਂ ਪੰਜਾਬ ਦੇ ਅੰਦਰ ਹਨੇਰੀ ਹੈ ਜੀ। ਉਹ ਆਡੀਓ ਆਈ ਹੈ ਜਿਹਦੇ ਵਿੱਚ ਇਹਨਾਂ ਦੇ ਮਿਸਟਰ ਪਾਠਕ ਜਿਹੜੇ ਹੈ MP ਸਾਹਿਬ, ਉਹ ਚੀਮਾ ਸਾਹਿਬ ਦੀ ਕਲਾਸ ਲਾ ਰਹੇ ਹੈ। ਚੀਮਾ ਸਾਹਿਬ ਹਰਪਾਲ ਸਿੰਘ ਚੀਮਾ, ਹੀ ਇਜ਼ ਦਾ ਸੀਨੀਅਰ ਮੋਸਟ ਮਿਨਿਸਟਰ, ਫਾਈਨਾਂਸ ਮਿਨਿਸਟਰ, ਪਹਿਲਾਂ ਲੀਡਰ ਆਫ ਆਪੋਜੀਸ਼ਨ ਰਹੇ ਹੈ। ਹੀ ਆਈ ਥਿੰਕ ਮੇਰੇ ਖਿਆਲ ਉਹ ਤਿਆਰ ਹੀ ਸੀਗੇ ਵੀ ਮੈਂ ਚੀਫ ਮਿਨਿਸਟਰ ਬਣਨਾ ਹੀ ਬਣਨਾ ਹੈ, ਪਰ ਜਦੋਂ ਚੀਫ ਮਿਨਿਸਟਰ ਨਹੀਂ ਬਣੇ ਤਾਂ ਘੱਟੋ ਘੱਟ ਆਸਤਾ ਸੀਗੀ। ਇਹਨਾਂ ਨੇ ਪ੍ਰੋਮਿਸ ਕੀਤਾ ਸੀ ਵੀ ਅਸੀਂ ਦਲਿਤ ਭਾਈਚਾਰੇ SC ਕਮਿਊਨਿਟੀ ਚੋਂ ਡਿਪਟੀ CM ਜ਼ਰੂਰ ਬਣਾਵਾਂਗੇ, ਤਾਂ ਐਟਲੀਸਟ ਹੀ ਵਾਜ਼ ਫਿਟ ਫॉर दैट ਜੌਬ। ਪਾਠਕ ਜੀ, ਚਲੋ ਮੈਂ ਸਮਝਦਾ, ਮੈਂ ਜਾਣਦਾ ਕੌਣ ਹੈ ਪਾਠਕ ਜੀ। ਪੰਜਾਬ ਦਾ ਮੇਰੇ ਖਿਆਲ 99.9% ਬੰਦਿਆਂ ਨੂੰ ਪਤਾ ਹੀ ਨਹੀਂ ਵੀ ਚੀਜ਼ ਕੀ ਹੈ, ਸ਼ੈ ਕੀ ਹੈ। ਪਾਠਕ ਸਾਹਿਬ, ਤੁਸੀਂ ਕੀ ਸ਼ੈ ਹੋ ਵੀ ਪੰਜਾਬ ਦੇ ਮਿਨਿਸਟਰ ਨੂੰ ਕਹਿ ਰਿਹਾ ਜੇ ਕਹਿੰਦਾ 15 ਪਿੰਡ ਤੇਰੇ ਜੁਮੇ ਲਾਏ ਹੈ ਚੀਮਾ ਜੀ, ਜੇ ਕਿਤੇ ਘਟ ਗਿਆ ਤਾਂ ਮੈਂ ਬਖਸ਼ੂੰਗਾ ਨਹੀਂ। ਆਮ ਆਦਮੀ ਪਾਰਟੀ ਬਖਸ਼ਣਹਾਰ ਹੋਗੀ। ਕੌਣ ਹੈ ਮਿਸਟਰ ਪਾਠਕ? ਕੀ ਵਟ ਇਜ਼ ਇਜ਼ ਲੋਕਸ ਸਟੈਂਡ ਆਈ ਵੀ ਜਿਹੜੇ ਕਹਿ ਰਹੇ ਚੀਮਾ ਸਾਹਿਬ? ਸਾਡੇ ਡਿਫਰੈਂਸਿਸ ਆਮ ਪਾਰਟੀ ਨਾਲ ਹੈ, ਪਰ ਉਹ ਪੰਜਾਬ ਦੇ ਨੁਮਾਇੰਦੇ ਹੈ, ਸਭ ਚੁਣੇ ਨੁਮਾਇੰਦਾ, ਫਾਈਨਾਂਸ ਮਿਨਿਸਟਰ ਹੈ। ਹੂਜ਼ ਪਾਠਕ? ਉਹਨੂੰ ਕਹਿ ਰਿਹਾ ਤੈਨੂੰ ਬਖਸ਼ੂੰਗਾ ਨਹੀਂ ਮੈਂ। ਸੋ ਦਿੱਲੀ ਵਾਲੇ ਚਲਾ ਰਹੇ ਆ ਜਿਹੜੀ ਗੱਲਾਂ ਅੱਜ ਤਾਈਂ ਪਰਦੇ ਦੇ ਪਿੱਛੇ ਸੀਗੀਆਂ ਉਹ ਸਾਹਮਣੇ ਆ ਗਈਆਂ। ਇਸ ਔਨ ਰਿਕਾਰਡ ਸਭ ਆਡੀਓ ਤੁਰੀ ਫਿਰਦੀ ਹੈ। ਇੱਕ ਸਾਡੇ ਮੁੱਖ ਮੰਤਰੀ ਵੀ ਸਾਡੇ ਮਤਲਬ ਪੁਰਾਣੀ ਪਾਰਟੀ 'ਚੋਂ, ਉਹ ਕਹਿੰਦੇ ਸੀ ਵੀ ਇਹ ਵੱਡੇ ਵੱਡੇ ਕਮਰੇ ਜਿੰਨੀ ਕੋਠੇ ਜਿੰਨੀਆਂ ਕਾਰਾਂ ਮੈਂ ਨਹੀਂ ਚੜ੍ਹਦਾ। ਕੋਠੇ ਜੇ ਕਾਰਾਂ ਕੋਠੇ ਦਾ ਰੁਪਈਏ ਨਾਲ ਭਰੇ ਪਏ ਸੀ, ਬਿਸਤਰਾਂ ਦੇ ਹੇਠਾਂ 10-10 ਕਰੋੜ ਰੁਪਈਏ ਮਿਲੇ। ਗੱਲ ਹੀ ਸ਼ੁਰੂ ਕਰਦੇ ਆ ਬਿਜਲੀ ਮੁੱਦੇ ਤੇ। ਦੇਤੀ ਸਾਹਿਬ, ਪਰ ਉਹ ਪੈਸਾ ਆਊਗਾ ਕਿੱਥੋਂ? ਕਹਿੰਦਾ ਤੇਲ ਤਾਂ ਤੇਲਾਂ 'ਚੋਂ ਨਿਕਲਣਾ ਸਾਹਿਬ। ਰੈਵਨਿਊ ਦੀ ਗੱਲ ਕੀਤੀ ਹੈ, 1-2 ਦਿਨ ਪਹਿਲਾਂ ਜਿਹੜਾ ਟਵੀਟ ਆਇਆ ਤੁਹਾਡਾ ਜ਼ਿਕਰ ਵੀ ਕਰ। ਉਹ ਕਹਿੰਦੇ ਨਾ ਜਿੱਥੇ ਚੱਲੇਗੀ ਚੱਲਾਂਗਾ ਨਾਲ ਤੇਰੇ, ਟਿਕਟਾਂ 2 ਕਟਾ ਲਈ। ਮੈਂ ਬਿਲਕੁਲ ਚੱਲਣ ਨੂੰ ਤਿਆਰ ਹਾਂ, ਆਪ ਜਾਣਾ ਚਾਹਣ ਮੈਂ ਨਾਲ ਲੈ ਕੇ ਚੱਲਣ ਨੂੰ ਤਿਆਰ ਹਾਂ, ਪਰ ਇੱਕ ਮੈਨੂੰ ਗਰੰਟੀ ਦੇ ਦੇਣ ਭਗਵੰਤ ਮਾਨ ਜੀ ਵੀ ਪੈਸਾ ਉਹਨਾਂ ਦੇ ਇਸ਼ਤਿਹਾਰ ਲਾਉਣ ਨੂੰ ਨਹੀਂ ਲੈਣ ਦੇਣਾ ਮੈਂ। ਲੋਕ ਤਾਂ TV ਖੋਲ੍ਹਦੇ ਆ ਵੀ ਸਵੇਰੇ ਦਰਬਾਰ ਸਾਹਿਬ ਦੇ ਕੋਈ ਦਰਸ਼ਨ ਕੀਰਤਨ ਸੁਣ ਲਈਏ, ਉੱਥੋਂ ਕੋਈ ਭਗਵਾਨ ਦੇ ਕੋਈ ਭਜਨ ਆ ਰਹੇ ਉਹ ਸੁਣ ਲੈਣ। TV ਖੋਲ੍ਹ ਲਓ, ਅਖਬਾਰ ਖੋਲ੍ਹ ਲਓ। ਪਹਿਲਾਂ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਜੀ ਖੜੇ ਹੁੰਦੇ, ਹਮਾਰੀ ਸਰਕਾਰ ਹਮਾਰੀ ਸਰਕਾਰ। ਅਸੀਂ ਤਾਂ ਗੁਨਾਹ ਕਰ ਲਿਆ, ਪੰਜਾਬ ਵਾਲਿਆਂ ਨੇ ਵੀ ਚੁਣ ਲਿਆ ਇਹਨਾਂ ਨੂੰ। ਅਸੀਂ ਤਾਂ 5 ਸਾਲ ਭੁਗਤਣੇ ਪੈਣਗੇ, ਇਹਨਾਂ ਦੇ ਦਰਸ਼ਨ ਕਰਨੇ ਪੈਣਗੇ। ਪੂਰੇ ਹਿੰਦੁਸਤਾਨ ਦੇ ਅੰਦਰ ਕੋਈ ਸੂਬਾ ਨਹੀਂ ਜਿੱਥੇ ਤਾਮਿਲਨਾਡੂ, ਕੇਰਲਾ, ਅਖੀਰ ਸਿਰੇ ਦੇ ਅਸਾਮ, ਉੱਧਰ ਜਾ ਕੇ ਦੇਖੋ ਲਓ, ਉੱਥੇ ਵੀ ਕੇਜਰੀਵਾਲ ਸਾਹਿਬ। ਸਾਲ ਤੁਸੀਂ ਕਹਿ ਰਹੇ ਹੁਣ ਤਾਂ ਸਾਲ ਹੋ ਗਿਆ, ਸਾਲ 'ਚ ਤਾਂ ਬਾਹਲਾ ਤੁਹਾਡੇ ਕਾਰਨਾਮੇ ਬਾਹਰ ਆ ਗਏ। ਕਿਹੜੇ ਕਾਰਨਾਮੇ ਗਿਣਾਈਏ ਇਹਨਾਂ ਦੇ? ਇੱਕ ਅੱਧਾ ਹੋਵੇ ਤਾਂ ਦੱਸੀਏ ਸਾਹਿਬ। ਉਹ ਮੰਜ਼ਰ ਦੇਖੇ ਹੈ ਵੀ ਜਿੱਥੇ ਪਹਿਲਾਂ ਤਾਂ ਕਹਿੰਦੇ ਸੀ ਬੇਟੇ ਨੂੰ ਬੇਦਖਲ ਕਰਦੇ ਆ, ਇੱਥੇ ਬਾਪ ਨੂੰ ਬੇਦਖਲ ਕਰੀ ਖੜੇ ਹੈ। ਇਹਨਾਂ ਦੇ ਲੀਡਰ ਇਹ ਜਿਹੜੇ ਕੰਮਾਂ 'ਚ ਫੜੇ ਜਾਂਦੇ, ਜਿਹੜੇ ਸਮਾਜ 'ਤੇ ਕਲੰਕ ਹੈ ਸਾਹਿਬ, ਜਿਹੜੇ ਪ੍ਰੋਸੀਕਿਊਸ਼ਨ ਦੇ ਕੇਸ 'ਚ ਇਹਨਾਂ ਦੇ ਲੀਡਰਾਂ ਦੇ ਨਾਮ ਆ ਰਹੇ ਸਭ, ਉਸ 'ਚ ਸਜ਼ਾਵਾਂ ਹੋ ਰਹੀਆਂ। ਹੁਣ ਜਿਹੜੇ ਨਵੇਂ ਆਏ ਹੈ ਕੇਸ ਜਿਹੜਾ ਕੱਲ੍ਹ ਦਾ ਚੱਲ ਰਿਹਾ, ਮੈਂ ਮੈਂਸ਼ਨ ਨਹੀਂ ਕਰਨਾ ਚਾਹੁੰਦਾ ਸਾਹਿਬ, ਘਿਨੌਣੀ ਹਰਕਤਾਂ ਦੇ ਵਿੱਚ ਮੰਤਰੀ ਸਾਹਿਬ ਇਨਵੋਲਵ ਅਗਰ ਹੈਗੇ ਤਾਂ ਇਹ ਗੱਲਾਂ ਉਹਦੇ ਬਾਅਦ ਵੋਟ ਪਾਉਣ ਦੇ ਵੋਟ ਲੈਣ ਦੇ ਹੱਕਦਾਰ ਹੈ ਸਾਹਿਬ। ਦਿੱਲੀ ਤੋਂ ਚੱਲਣ ਦੇ ਵਿੱਚ ਫਰਕ ਕੀ ਹੈ ਆਮ ਆਦਮੀ ਪਾਰਟੀ ਦਾ ਦਿੱਲੀ ਤੋਂ ਚੱਲਣਾ ਤੇ ਬਾਕੀ ਪਾਰਟੀਆਂ ਦਾ? ਕਿਉਂਕਿ ਕਾਂਗਰਸ ਦੇ ਫੈਸਲੇ ਵੀ ਉੱਧਰੋਂ ਹੀ ਹੁੰਦੇ ਸੀ, ਭਾਜਪਾ ਦੇ ਵੀ ਉੱਥੋਂ ਹੁੰਦੇ। ਇਹਨਾਂ ਨੇ ਗੋਡੇ ਟੇਕ ਤੇ ਸੇਵ, ਜਾਂ ਗੋਡੇ ਜਦੋਂ ਬੋਲਦੇ ਕੁਛ ਨਹੀਂ, ਇਹਨਾਂ ਨੂੰ ਕੁਛ ਕਹਿਣਾ ਹੀ ਨਹੀਂ। ਪੰਜਾਬ ਦੀ ਗੱਲ ਰੱਖਣ ਤਾਂ ਸਹੀ, ਉੱਥੇ ਇਸ਼ੂਜ਼ ਕੀ ਹੈ, ਕੌਣ ਰੱਖੂਗਾ ਨਹੀਂ ਰੱਖੂਗਾ। ਪੰਜਾਬ ਸੂਬੇ ਤੋਂ ਲੈ ਕੇ ਸੈਂਟਰ ਤੱਕ ਕਈ ਮੁੱਦਿਆਂ ਦੇ ਉੱਤੇ ਚਰਚਾਵਾਂ ਨੇ, ਤਕਰਾਰਾਂ ਵੀ ਨੇ, ਚਾਹੇ ਉਹ ਮੁੱਖ ਮੰਤਰੀ ਦੀਆਂ ਗਵਰਨਰ ਸਾਹਿਬ ਨਾਲ ਰਹੀਆਂ ਹੋਣ ਜਾਂ ਫਿਰ ਸੈਂਟਰ ਦੇ ਵਿੱਚ ਜਿਸ ਤਰ੍ਹਾਂ ਦੀ ਕਸ਼ਮਕਸ਼ ਚੱਲ ਰਹੀ ਹੈ। ਪਰ ਇਸ ਦੇ ਵਿੱਚ ਦੋ ਪਾਰਟੀਆਂ ਅਹਿਮ ਹੋ ਜਾਂਦੀਆਂ ਨੇ, ਜਿਹੜੀ ਇੱਕ ਆਪਣੇ ਆਪ ਨੂੰ ਕੱਟੜ ਇਮਾਨਦਾਰ ਦੱਸਦੀ ਹੈ ਦੇਸ਼ ਦੇ ਅੰਦਰ ਸਭ ਤੋਂ ਵੱਧ, ਤੇ ਦੂਸਰੀ ਕਹਿੰਦੀ ਹੈ ਕਿ ਸਾਡੇ ਤੋਂ ਵੱਡੀ ਰਾਸ਼ਟਰਵਾਦੀ ਪਾਰਟੀ ਨਹੀਂ ਹੋ ਸਕਦੀ। ਭਾਜਪਾ ਆਗੂ, ਸੀਨੀਅਰ ਆਗੂ ਨੇ ਸੁਨੀਲ ਜਾਖੜ ਜੀ, ਉਹ ਸਾਡੇ ਨਾਲ ਨੇ, ਉਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ ਕਿ ਉਹਨਾਂ ਦੀ ਪਾਲਿਸੀ ਕੀ ਹੈ, ਖਾਸ ਕਰਕੇ ਜਲੰਧਰ ਦੀ ਜ਼ਿਮਨੀ ਚੋਣ ਇਹਨਾਂ ਲਈ ਮਾਇਨੇ ਕੀ ਰੱਖਦੀ ਹੈ ਭਾਜਪਾ ਲਈ। ਜਾਖੜ ਸਾਹਿਬ, ਇੰਪੋਰਟੈਂਟ ਤਾਂ ਨਿੱਕੀ ਤੋਂ ਨਿੱਕੀ ਚੋਣ ਵੀ ਹੁੰਦੀ ਆ, ਵੱਡੀ ਤੋਂ ਵੱਡੀ ਹੁੰਦੀ ਆ। ਪਾਰਲੀਮੈਂਟ ਦੀਆਂ ਪੌੜੀਆਂ MP ਚੜ੍ਹਨਗੇ, ਸੁਭਾਵਿਕ ਜੀ ਗੱਲ ਆ। ਪਰ ਜਿਹੜੀ ਗੱਲਾਂ ਚੱਲ ਰਹੀਆਂ ਪੰਜਾਬ ਦੀ ਸਿਆਸਤ ਅੰਦਰ, ਮੁੱਖ ਮੰਤਰੀ ਸਾਹਿਬ ਦਾ ਤਾਜ਼ਾ ਟਵੀਟ ਹੈ, ਸ਼ਾਇਦ ਤੁਸੀਂ ਨਹੀਂ ਪੜ੍ਹ ਪਾਏ, 16 ਮਿੰਟ ਪਹਿਲਾਂ ਆਇਆ। ਕਹਿੰਦੇ ਵੀ ਪੰਜਾਬ ਦੇ ਵਿੱਚ ਇੱਕ ਵੀ ਝੂਠਾ ਪਰਚਾ ਦਰਜ ਨਹੀਂ ਹੋਇਆ।
ਵਿਜੀਲੈਂਸ ਨੇ ਆਪਣਾ ਕੰਮ ਬਖੂਬੀ ਕੀਤਾ, ਖਾਸ ਕਰਕੇ ਸਾਬਕਾ ਕਾਂਗਰਸੀਆਂ ਤੇ ਹੁਣ ਤੱਕ ਜਿਹੜੀ ਕਾਰਵਾਈ ਹੋਈ ਹੈ, ਕੀ ਕਹੋਗੇ? ਮੇਰੇ ਸਮਝ ਨਹੀਂ ਆਈ ਵੀ ਅੱਜ ਦੇਖੋ ਗਿਲਟੀ ਕੌਨਸ਼ੀਅਸ ਜਿਹੜੀ ਚੀਜ਼ ਹੁੰਦੀ ਹੈ ਵੀ ਦਿਮਾਗ ਦੇ ਉੱਤੇ ਬੰਦੇ ਦੇ ਬੋਝ ਹੁੰਦਾ ਹੈ। ਅੱਜ ਕਿਹੜੇ ਕੰਟੈਕਸਟ 'ਚ ਭਗਵੰਤ ਮਾਨ ਜੀ ਨੇ ਆ ਗੱਲ ਕਹੀ ਹੈ ਮੇਰੇ ਸਮਝ ਨਹੀਂ ਆਈ, ਪਰ ਜਦੋਂ ਤੁਸੀਂ ਥੋੜ੍ਹਾ ਜਿਹਾ ਡੂੰਘਾਈ 'ਚ ਦੇਖੋ, ਕੱਲ੍ਹ ਲੁਧਿਆਣੇ ਦੇ ਅੰਦਰ ਇੱਕ ਜਰਨਲਿਸਟ ਤੁਹਾਡੀ ਕਮਿਊਨਿਟੀ 'ਚੋਂ ਇੱਕ ਲੇਡੀ ਨੂੰ ਜਰਨਲਿਸਟ ਨੂੰ ਗ੍ਰਿਫਤਾਰ ਕੀਤਾ ਗਿਆ। ਉਹਦਾ ਕਸੂਰ ਕੀ ਹੈ? ਉਹਦਾ ਕਸੂਰ ਹੈ ਵੀ ਉਹਨਾਂ ਨੇ ਕੇਜਰੀਵਾਲ ਸਾਹਿਬ ਦੇ ਸ਼ੀਸ਼ ਮਹਿਲ ਦਾ ਜਿਹੜਾ ਫੋਟੋ ਹੈ ਉੱਥੇ ਬੈਠ ਕੇ ਉਹਨਾਂ ਦੇ ਚੈਨਲ ਨੇ ਕੈਮਰੇ ਲਾ ਰੱਖੇ ਹੈ ਤੇ ਸਵੇਰੇ ਤੇ ਆਥਣੇ ਸ਼ੀਸ਼ ਮਹਿਲ ਦੀਆਂ ਚਰਚਾਵਾਂ ਹੁੰਦੀਆਂ ਵੀ ਉੱਥੇ ਪਰਦੇ ਵੀ ਹੈ ਉਹ ਵੀ ਇਸ਼ਾਰਿਆਂ ਨਾਲ ਖੁੱਲ੍ਹਦੇ ਹੈ ਤੇ ਬੜਾ ਆਟੋਮੇਟਿਡ ਤੇ 42 ਕਰੋੜ ਰੁਪਈਏ ਦੇ ਨਾਲ ਉੱਥੇ ਬਣਾਇਆ ਹੈ, 7-7 ਲੱਖ ਦੇ ਪਰਦੇ ਲੱਗੇ ਹੈ। ਉਹ ਕਸੂਰ ਹੈ। ਜੇ ਭਗਵੰਤ ਮਾਨ ਜੀ ਇਹਨੂੰ ਸਹੀ ਪਰਚਾ ਮੰਨਦੇ ਹੈ ਤਾਂ ਫਿਰ ਤਾਂ ਪੰਜਾਬ ਦੇ ਅੰਦਰ ਹਨੇਰੀ ਹੈ ਜੀ। ਇਹਦੇ ਬਾਅਦ ਤਾਂ ਮੈਂ ਨਹੀਂ ਸਮਝਦਾ ਵੀ ਇੱਕ ਦੇਖੋ ਕਿਤੇ ਨਾ ਕਿਤੇ ਬੰਦੇ ਦੀ ਗਿਲਟੀ ਕੌਨਸ਼ੀਅਸ ਹੈ, ਅਦਰਵਾਈਜ਼ ਇਸ ਬਿਆਨ ਦੇਣ ਦਾ ਕੋਈ ਮਾਇਨੇ ਨਹੀਂ ਸੀਗਾ। ਤੁਸੀਂ ਦੇ ਰਹੇ ਹੋ ਪਰਚੇ, ਤੁਹਾਡੀ ਵਿਜੀਲੈਂਸ ਰੋਜ਼ ਕਰ ਰਹੀ ਹੈ, ਡੀਏ ਜਿਹੜੇ ਡਿਸਪ੍ਰੋਪੋਰਸ਼ਨੇਟ ਐਸੈਟ ਕੇਸਿਸ ਨੂੰ ਲੈ ਕੇ ਕਰ ਰਹੀ ਹੈ। ਪਰ ਦੇਖੋ ਆ ਜਿਹੜਾ ਕੱਟੜ ਇਮਾਨਦਾਰ ਬੈਟਰ ਦੈਨ ਦਾਊ ਵਾਲੀ ਜਿਹੜੀ ਪੋਜੀਸ਼ਨ ਹੈ, ਲੋਕਾਂ ਨੇ ਆਹੀ ਤਾਂ ਸੋਚ ਕੇ ਤੁਹਾਨੂੰ ਵੋਟਾਂ ਦਿੱਤੀਆਂ ਸੀਗੀਆਂ। ਜੇ ਇੱਕ ਆਮ ਆਦਮੀ ਦਾ ਮਕਾਨ ਹੈ ਕੇਜਰੀਵਾਲ ਸਾਹਿਬ ਦਾ, ਫਿਰ ਸਭ ਸੱਚ ਹੈ। ਤੁਸੀਂ ਆਪਣੇ ਮੂੰਹ ਭਗਵੰਤ ਮਾਨ ਜੀ ਨੂੰ ਪੁੱਛ ਦਿਓ ਵੀ ਇੱਕ 2 ਕਮਰੇ ਦਾ ਫਲੈਟ ਹੈ ਜਿਹੜਾ ਤੁਸੀਂ ਕਿਹਾ ਸੀਗਾ। ਇੱਕ ਸਾਡੇ ਮੁੱਖ ਮੰਤਰੀ ਵੀ ਸਾਡੇ ਮਤਲਬ ਪੁਰਾਣੀ ਪਾਰਟੀ 'ਚੋਂ ਉਹ ਕਹਿੰਦੇ ਸੀ ਵੀ ਇਹ ਵੱਡੇ ਵੱਡੇ ਕਮਰੇ ਜਿੰਨੀ ਕੋਠੇ ਜਿੰਨੀਆਂ ਕਾਰਾਂ ਮੈਂ ਨਹੀਂ ਚੜ੍ਹਦਾ। ਕੋਠੇ ਕਾਰਾਂ ਕੋਠੇ ਦਾ ਰੁਪਈਏ ਨਾਲ ਭਰੇ ਪਏ ਸੀ, ਬਿਸਤਰਾਂ ਦੇ ਹੇਠਾਂ 10-10 ਕਰੋੜ ਰੁਪਈਏ ਮਿਲੇ। ਮੇਰਾ ਜਿੱਥੇ ਤੁਸੀਂ ਜਿਮਨੀ ਚੋਣ ਦਾ ਮਹੱਤਵ ਦੀ ਗੱਲ ਕੀਤੀ, ਮੈਂ ਲੋਕਾਂ ਨੂੰ ਕਹਿੰਦਾ ਇਸ ਚੋਣ ਦੇ ਅੰਦਰ ਤਾਂ ਘੱਟੋ ਘੱਟ ਆਪਣਾ ਇਸਤੇਮਾਲ ਕਰ ਲੈਣ ਦੇਖ ਕੇ। ਹੁਣ ਤਾਂ ਕੁਛ ਨਾ ਤਾਂ ਇਸ ਇਲੈਕਸ਼ਨ ਦੇ ਨਾਲ ਕੇਂਦਰ ਸਰਕਾਰ ਤੇ ਕੋਈ ਬੋਝ ਪੈਣਾ ਜਾਂ ਕੋਈ ਉੱਥੇ ਬਾਹਲਾ ਹੌਸਲਾ ਫਸਾਈ ਹੋਣੀ ਨਾ ਇੱਥੇ ਇਹਨਾਂ ਨੂੰ, ਕਿਉਂਕਿ ਇਹ ਤਾਂ ਦੇਖੋ ਅਗਰ ਮਹਿਸੂਸ ਕਰਨ ਵਾਲੇ ਹੁੰਦੇ ਤਾਂ ਸੰਗਰੂਰ ਵਾਲਾ ਇੱਕ ਜਿਹੜਾ ਪ੍ਰੀਲਿਮਿਨਰੀ ਟੈਸਟ ਸੀਗਾ ਉਸੇ 'ਚ ਫੇਲ ਹੋ ਗਏ। ਕਹਿੰਦੇ ਉਦੋਂ ਸਮਾਂ ਬਹੁਤ ਘੱਟ ਸੀ ਸਰਕਾਰ, ਹੁਣ ਤਾਂ 13-14 ਮਹੀਨਿਆਂ ਦੀ ਪਰਫਾਰਮੈਂਸ ਲੈ ਕੇ ਅਸੀਂ ਚੱਲੇ ਆਂ ਔਰ ਥਾਂ ਪਰਚੇ ਥਾਂ ਬੋਰਡ ਲੱਗੇ ਪਏ ਆ। ਖਾਸ ਕਰਕੇ ਉਹ ਗੱਲ ਹੀ ਸ਼ੁਰੂ ਕਰਦੇ ਆ ਬਿਜਲੀ ਮੁੱਦੇ ਤੇ, ਮੁਫਤ ਦੇਤੀ ਘਰ ਬਿਜਲੀ। ਬਿਲਕੁਲ ਦੇਤੀ ਸਾਹਿਬ, ਪਰ ਉਹ ਪੈਸਾ ਆਊਗਾ ਕਿੱਥੋਂ? ਕਹਿੰਦਾ ਤੇਲ ਤਾਂ ਤਿਲਾਂ 'ਚੋਂ ਨਿਕਲਣਾ ਸਾਹਿਬ, ਤੇਲ ਤਾਂ ਤਿਲਾਂ 'ਚੋਂ ਨਿਕਲਣਾ। ਉਹ ਅੱਜ ਮੈਂ ਇੰਡਸਟਰੀ ਵਾਲੇ ਇੱਥੇ ਜਲੰਧਰ 'ਚ ਕਈਆਂ ਨਾਲ ਮੁਲਾਕਾਤ ਹੋ ਰਹੀ ਸੀ, ਉਹ ਕਹਿ ਰਹੇ ਸੀ 70 ਪੈਸੇ ਯੂਨਿਟ ਸਾਨੂੰ ਵਧਾਤੀ, ਕਿਸੇ 'ਚੋਂ ਤਾਂ ਨਿਕਲੂਗਾ ਸਾਹਿਬ। ਜਦੋਂ ਤਾਈਂ ਪੰਜਾਬ ਦਾ ਰੈਵਨਿਊ ਨਹੀਂ ਵੱਧਦਾ ਸਾਹਿਬ, ਮੈਂ ਭਗਵੰਤ ਮਾਨ ਜੀ ਤੋਂ ਘੱਟੋ ਘੱਟ ਤਾਂ ਤਵੱਕੋ ਰੱਖ ਸਕਦੇ ਹਾਂ ਸਾਹਿਬ, ਦੱਸਣ ਲੋਕਾਂ ਨੂੰ ਵੀ ਇਸ ਤਰ੍ਹਾਂ ਮੈਂ ਪੰਜਾਬ ਦਾ ਰੈਵਨਿਊ, ਪੰਜਾਬ ਦਾ ਜਿਹੜਾ ਸਰਮਾਇਆ ਇਸ ਤਰ੍ਹਾਂ ਵਧਾਵਾਂਗੇ। ਕੱਲ੍ਹ ਹੀ ਰਿਪੋਰਟ ਆਈ ਹੈ, ਕੱਲ੍ਹ ਪਰਸੋਂ ਤੁਸੀਂ ਦੇਖਿਆ ਹੋਣਾ, ਟਵੀਟ ਵੀ ਸਾਰਿਆਂ ਦੇ ਆਏ ਆ, ਉਹਦੇ 'ਚ 2316 ਕਰੋੜ ਰੁਪਈਆ ਸਾਡਾ ਸਾਰਾ GST ਦਾ ਅਪ੍ਰੈਲ ਮਹੀਨੇ ਦੀ ਕਲੈਕਸ਼ਨ ਹੈ। ਤੇ ਉਹਨੂੰ ਕੰਪੇਅਰ ਕਰਕੇ ਦੇਖਿਓਗਾ ਹਰਿਆਣੇ ਦੇ ਨਾਲ 10,000 ਕਰੋੜ ਰੁਪਈਆ ਸਾਹਿਬ, 10,000 ਕਰੋੜ ਰੁਪਈਆ। ਉਹ ਤਾਂ ਆਪਣੇ ਛੋਟੇ ਭਰਾ ਸੀਗੇ, 60 ਪੈਸੇ 'ਚ ਆਪਾਂ ਸੀ, 40 ਪੈਸੇ 'ਚ ਉਹ ਸੀਗੇ। ਤੇ ਉਸੇ ਪ੍ਰਪੋਰਸ਼ਨਲ ਦੇਖ ਲਈਏ ਤਾਂ ਸਾਡੀ ਤਾਂ ਰੈਵਨਿਊ ਉਹਦੇ ਨਾਲ ਜ਼ਿਆਦਾ ਹੋਣੀ ਚਾਹੀਦੀ ਹੈ। ਕਿੱਥੇ ਮਾਰ ਖਾ ਗਏ ਅਸੀਂ? ਤੁਸੀਂ ਰੈਵਨਿਊ ਦੀ ਗੱਲ ਕੀਤੀ ਹੈ, 1-2 ਦਿਨ ਪਹਿਲਾਂ ਜਿਹੜਾ ਟਵੀਟ ਆਇਆ ਤੁਹਾਡਾ ਜ਼ਿਕਰ ਵੀ ਕਰਤਾ। ਉਹ ਕਹਿੰਦੇ ਨਾ ਜਿੱਥੇ ਚੱਲੇਗੀ ਚੱਲਾਂਗਾ ਨਾਲ ਤੇਰੇ, ਟਿਕਟਾਂ 2 ਕਟਾ ਲਈ। ਮੈਂ ਬਿਲਕੁਲ ਚੱਲਣ ਨੂੰ ਤਿਆਰ ਹਾਂ, ਆਪ ਜਾਣਾ ਚਾਹਣ ਮੈਂ ਨਾਲ ਲੈ ਕੇ ਚੱਲਣ ਨੂੰ ਤਿਆਰ ਹਾਂ, ਪਰ ਇੱਕ ਮੈਨੂੰ ਗਰੰਟੀ ਦੇ ਦੇਣ ਭਗਵੰਤ ਮਾਨ ਜੀ ਵੀ ਪੈਸਾ ਉਹਨਾਂ ਦੇ ਇਸ਼ਤਿਹਾਰ ਲਾਉਣ ਨੂੰ ਨਹੀਂ ਲੈਣ ਦੇਣਾ ਮੈਂ। ਤੇ ਕਹਿੰਦੇ ਨਾ 1000 ਕਰੋੜ ਰੁਪਇਆ ਲੈ ਕੇ ਤੇ ਫੂਕ ਦਿਆਂਗੇ ਪੈਸਾ, ਰੋਜ਼ ਅਖਬਾਰ ਖੋਲ੍ਹਦੇ ਆ ਲੋਕ, ਤਾਂ TV ਖੋਲ੍ਹਦੇ ਆ ਵੀ ਸਵੇਰੇ ਦਰਬਾਰ ਸਾਹਿਬ ਦੇ ਕੋਈ ਦਰਸ਼ਨ ਕੀਰਤਨ ਸੁਣ ਲਈਏ, ਉੱਥੋਂ ਕੋਈ ਭਗਵਾਨ ਦੇ ਕੋਈ ਭਜਨ ਆ ਰਹੇ ਉਹ ਸੁਣ ਲੈਣ। TV ਖੋਲ੍ਹ ਲਓ, ਅਖਬਾਰ ਖੋਲ੍ਹ ਲਓ। ਪਹਿਲਾਂ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਜੀ ਖੜੇ ਹੁੰਦੇ, ਹਮਾਰੀ ਸਰਕਾਰ, ਹਮਾਰੀ ਸਰਕਾਰ। ਅਸੀਂ ਤਾਂ ਗੁਨਾਹ ਕਰ ਲਿਆ, ਪੰਜਾਬ ਵਾਲਿਆਂ ਨੇ ਵੀ ਚੁਣ ਲਿਆ ਇਹਨਾਂ ਨੂੰ, ਅਸੀਂ ਤਾਂ 5 ਸਾਲ ਭੁਗਤਣੇ ਪੈਣਗੇ, ਇਹਨਾਂ ਦੇ ਦਰਸ਼ਨ ਕਰਨੇ ਪੈਣਗੇ। ਪੂਰੇ ਹਿੰਦੁਸਤਾਨ ਦੇ ਅੰਦਰ ਕੋਈ ਸੂਬਾ ਨਹੀਂ ਜਿੱਥੇ ਤਾਮਿਲਨਾਡੂ, ਕੇਰਲਾ, ਅਖੀਰ ਸਿਰੇ ਦੇ ਅਸਾਮ, ਉੱਧਰ ਜਾ ਕੇ ਦੇਖਿਓ ਲੋ, ਉੱਥੇ ਵੀ ਕੇਜਰੀਵਾਲ ਸਾਹਿਬ ਸਾਡੀ ਕੌਮੀ ਪਾਰਟੀ ਹੈ, ਚੰਗੀ ਪਾਰਟੀ ਹੈ, ਚੰਗੇ ਕੰਮ ਵਿਖਾਉਣੇ ਆ ਅਸੀਂ। ਖਾਓ ਸਾਹਿਬ, ਪਰ ਸਾਡਾ ਪੈਸਾ 1000 ਕਰੋੜ, ਇਹਨਾਂ 1000 ਕਰੋੜ ਰੁਪਏ ਲੈਣ ਵਾਸਤੇ ਮੈਂ ਨਹੀਂ ਜਾਂਦਾ ਵੀ ਜਿਹਦੇ ਇਸ਼ਤਿਹਾਰ ਲੱਗਣੇ ਆ। ਕੋਈ ਏਜੰਡਾ ਲੈ ਕੇ ਆਣ, ਭਗਵੰਤ ਮਾਨ ਜੀ ਵੀ ਚੱਲਣ ਨੂੰ ਤਿਆਰ ਹੈ ਸਭ। ਏਜੰਡਾ ਲੈ ਕੇ ਆਣ ਵੀ ਮੈਂ ਪੰਜਾਬ ਦੇ ਬੱਚਿਆਂ ਨੂੰ ਰੁਜ਼ਗਾਰ ਇਸ ਤਰ੍ਹਾਂ ਦੇਵਾਂਗਾ, ਇਸ ਤਰ੍ਹਾਂ ਕਰਕੇ ਸਾਡਾ ਹੋਵੇ। ਆਓ ਚੱਲੀਏ, ਚੱਲ ਕੇ ਗੱਲ ਕਰੀਏ। ਨਹੀਂ ਤਾਂ ਤੁਹਾਡੇ ਕੋਲ MP ਬਥੇਰੇ ਜਿਹੜੇ ਹੁਣ MP ਕਰ ਰਹੇ ਵੀ ਸਾਡੇ MP ਜਾ ਕੇ ਉੱਥੇ ਕਰਨਗੇ। MP ਤਾਂ ਸਾਰੇ ਰਾਜ ਸਭਾ 'ਚ ਹੁਣ ਤੁਹਾਡੇ ਬੈਠੇ ਜਾ ਕੇ ਕਰੋ ਗੱਲ। ਸਾਡੀ ਲੋੜ ਹੈ, ਪੰਜਾਬ ਵਾਸਤੇ ਨਾਲ ਖੜੇ ਆ ਸਾਹਿਬ, ਤੁਹਾਡੇ ਵਾਸਤੇ ਨਹੀਂ। ਠੀਕ ਹੈ, ਤੁਹਾਡਾ ਮੇਰਾ ਉਹਨਾਂ ਨਾਲ ਬੜਾ ਚੰਗਾ, ਬਹੁਤ ਹੀ ਵਧੀਆ ਸੰਬੰਧ ਰਿਹਾ 1.5 ਸਾਲ ਪਾਰਲੀਮੈਂਟ 'ਚ ਕੰਮ ਕਰਨ ਦਾ, ਪਰ ਐਡਾ ਮੈਨੂੰ ਲਗਾਵ ਹੈ ਨਹੀਂ ਵੀ ਮੈਂ ਉਹਨਾਂ ਦੇ 1000 ਕਰੋੜ ਰੁਪਏ ਦੇ ਇਸ਼ਤਿਹਾਰਾਂ ਵਾਸਤੇ ਜਾਵਾਂ ਸਾਹਿਬ। ਪਰ ਇੱਕ ਜਿਹੜੀ ਮੈਂ ਦੇਖੋ ਮਜ਼ਾਕ ਇੱਕ ਪਾਸੇ ਰਹਿ ਗਿਆ ਗੱਲਾਂ,
ਭਗਵੰਤ ਮਾਨ ਜੀ, ਪੰਜਾਬ ਮਜ਼ਾਕ ਹੈ ਨਹੀਂ ਸਾਹਿਬ। ਆਹ ਕੋਈ ਚੁਟਕਲਾ ਨਹੀਂ ਵੀ ਤੁਸੀਂ ਜੋਕ ਬਣਾ ਕੇ ਛੱਡਤਾ। ਪੰਜਾਬ ਗਵਰਨ ਕਰਨਾ ਪੰਜਾਬ ਨੂੰ ਇਜ਼ ਅ ਸੀਰੀਅਸ ਅਫੇਅਰ। ਉਹਨੂੰ ਲੈ ਕੇ ਤੁਸੀਂ ਜਿਸ ਕਿਸਮ ਦੇ ਬਿਆਨ ਆਉਂਦੇ ਆ, ਤਾਂ ਅੱਜ ਤੱਕ ਕਹਿ ਰਹੇ ਵੀ ਸਾਡਾ 1000 ਕਰੋੜ ਰੁਪਈਆ ਘਟਾ ਲਿਆ। ਮੈਂ ਭਗਵੰਤ ਮਾਨ ਜੀ ਨੂੰ ਯਾਦ ਕਰਾਉਣਾ ਚਾਹੁੰਦਾ, ਪਿਛਲੇ ਮਹੀਨੇ ਅਪ੍ਰੈਲ 13 ਤਰੀਕ ਨੂੰ ਉਹਨਾਂ ਨੇ ਬਿਆਨ ਦਿੱਤਾ ਸੀਗਾ ਵੀ ਉਹ ਜਦੋਂ ਤੁਸੀਂ, ਤੁਹਾਡੇ ਕੋਲ ਵੀ ਟਵੀਟ ਮੈਂ ਤੁਹਾਨੂੰ ਦੇ ਦੂੰਗਾ, ਤੁਸੀਂ ਟਵੀਟ ਨਹੀਂ, ਉਹ ਤਾਂ ਖਬਰ ਹੀ ਸੀ ਪੂਰੀ, ਜਿਹਦੇ 'ਚ ਇਹ ਕਹਿ ਰਹੇ ਸਟੇਜ 'ਤੇ ਖੜ ਕੇ ਵੀ ਕਹਿੰਦਾ ਕਦੇ ਦਾਦੇ ਦੀ ਕਦੇ ਪੋਤੇ ਦੀ ਹੈ, ਤੇ ਕਹਿੰਦਾ ਕੇਂਦਰ ਬਾਹਲਾ ਨਾ ਸਾਡੇ ਗੱਡੀ ਐਂ ਕਰੇ। ਮੈਂ ਕਣਕ ਉੱਥੇ ਕੀ 3 ਸਟੇਟ ਦਾ ਨਾਂ ਲਿਆ, ਕਹਿੰਦਾ ਵੈਸਟ ਬੰਗਾਲ ਨਾਲ ਮੇਰੀ ਗੱਲ ਚੱਲ ਗਈ, ਕੇਰਲਾ ਨਾਲ ਤੇ ਤਾਮਿਲਨਾਡੂ, ਮੈਂ 3 ਸਟੇਟਸ ਨੂੰ ਵੇਚ ਦੇਣੀ, ਫਿਰ FCI ਜਾਣੇ ਤੇ ਇਹ ਜਾਣ। ਤੁਸੀਂ ਇਹ ਗੱਲਾਂ ਕਰਕੇ ਚਲਾ ਲਓਗੇ ਸਭ। ਸਾਡੇ ਕੋਲ ਕਿਸਾਨ ਕੋਲ ਇੱਕੋ ਇੱਕ ਗਰੰਟੀ ਹੈ ਵੀ ਕੇਂਦਰ ਸਰਕਾਰ ਸਾਡਾ ਆ ਕੇ ਚੱਕ ਲੈਂਦੀ ਹੈ। ਜੇ ਤੁਸੀਂ ਇਸ ਰਾਹ 'ਚ ਪੈ ਗਏ ਫਿਰ ਵੇਚ ਲਓ। ਜੇ 6% ਫਾਲਤੂ ਲੈ ਕੇ ਤੁਸੀਂ ਕੇਂਦਰ ਕਣਕ ਉੱਥੇ ਵੇਚ ਸਕਦੇ ਹੋ, ਵੇਚੋ। ਫਿਰ ਤਾਂ ਖੇਤੀ ਕਾਨੂੰਨਾਂ 'ਚ ਇਹੀ ਗੱਲ ਕਹੀ ਗਈ ਸੀ ਕਿ ਕਿੱਥੇ ਮਰਜ਼ੀ ਕਿਸਾਨ ਕਰ ਲਓ, ਫਿਰ ਵੇਚ ਲਓ। ਫਿਰ ਠੀਕ ਹੈ ਭਗਵੰਤ ਮਾਨ ਜੀ, ਫਿਰ ਰੌਲਾ ਕਾਹਦਾ, ਫਿਰ ਕਰ ਲਓ। ਦੋਨੋਂ ਗੱਲਾਂ ਨਾ ਬੋਲਣ। ਇਹ ਦੋਗਲਾ ਚਿਹਰਾ ਜਿਹੜਾ ਨਾ, ਪਖੰਡ ਹੈ। ਆ ਜਿਹੜਾ ਡਰਾਮਾ ਹੋ ਰਿਹਾ ਨਾ ਸਭ ਵੀ ਆ ਵੰਡ ਤੇ ਪੈਸੇ ਹੈ ਨਹੀਂ, ਕਹਿੰਦਾ ਪੱਲੇ ਨਹੀਂ ਧੇਲਾ ਕਰਦੀ ਮੇਲਾ ਮੇਲਾ, ਇਹ ਪਾਲਿਸੀ ਨਹੀਂ ਚੱਲ ਸਕਦੀ ਸਾਹਿਬ। ਇਸੇ ਕਰਕੇ ਮੇਰੀ ਬੇਨਤੀ ਹੈ ਭਗਵੰਤ ਮਾਨ ਜੀ ਨੂੰ, ਮਜ਼ਾਕ ਨਾ ਬਣਾਓ ਗਵਰਨੈਂਸ ਨੂੰ। ਬਹੁਤ ਕੁਝ ਹੋ ਚੁੱਕਿਆ। ਸਾਲ ਤੁਸੀਂ ਕਹਿ ਰਹੇ ਹੁਣ ਤਾਂ ਸਾਲ ਹੋ ਗਿਆ, ਸਾਲ 'ਚ ਤਾਂ ਬਾਹਲਾ ਤੁਹਾਡੇ ਕਾਰਨਾਮੇ ਬਾਹਰ ਆ ਗਏ। ਕਿਹੜੇ ਕਿਹੜੇ ਕਾਰਨਾਮੇ ਗਿਣਾਈਏ ਇਹਨਾਂ ਦੇ? ਇੱਕ ਅੱਧਾ ਕੁ ਹੋਵੇ ਤਾਂ ਦੱਸੀਏ ਸਾਹਿਬ, ਜਿਹੜਾ ਇਹਨਾਂ ਨੇ ਕੀ ਇਸ ਸਾਲ ਦੇ ਅੰਦਰ ਪੰਜਾਬ ਨੇ ਦੇਖਿਆ ਹੈ, ਉਹ ਮੰਜ਼ਰ ਦੇਖਿਆ ਹੈ ਵੀ ਜਿੱਥੇ ਪਹਿਲਾਂ ਤਾਂ ਕਹਿੰਦੇ ਸੀ ਬੇਟੇ ਨੂੰ ਬੇਦਖਲ ਕਰਦੇ ਆ, ਇੱਥੇ ਬਾਪ ਨੂੰ ਬੇਦਖਲ ਕਰੀ ਖੜੇ ਆ। ਇਹਨਾਂ ਦੇ ਲੀਡਰ ਇਹ ਜਿਹੇ ਕੰਮਾਂ 'ਚ ਫੜੇ ਜਾਂਦੇ ਜਿਹੜੇ ਸਮਾਜ 'ਤੇ ਕਲੰਕ ਹੈ ਸਾਹਿਬ। ਜਿਹੜੇ ਪ੍ਰੋਸਟੀਟਿਊਸ਼ਨ ਦੇ ਕੇਸ 'ਚ ਇਹਨਾਂ ਦੇ ਲੀਡਰਾਂ ਦੇ ਨਾਮ ਆ ਰਹੇ ਸਭ, ਉਸ 'ਚ ਸਜ਼ਾਵਾਂ ਹੋ ਰਹੀਆਂ। ਹੁਣ ਜਿਹੜੇ ਨਵੇਂ ਆਏ ਹੈ, ਇੱਕ ਕੇਸ ਜਿਹੜਾ ਕੱਲ੍ਹ ਦਾ ਚੱਲ ਰਿਹਾ, ਮੈਂ ਮੈਨਸ਼ਨ ਨਹੀਂ ਕਰਨਾ ਚਾਹੁੰਦਾ ਸਾਹਿਬ, ਘਿਨੌਣੀ ਹਰਕਤਾਂ ਦੇ ਵਿੱਚ ਮੰਤਰੀ ਸਾਹਿਬ ਇਨਵੋਲਵ ਅਗਰ ਹੈਗੇ ਤਾਂ ਉਸ ਤੋਂ ਇਹ ਗੱਲਾਂ, ਉਹਦੇ ਬਾਅਦ ਵੋਟ ਪਾਉਣ ਦੇ ਵੋਟ ਲੈਣ ਦੇ ਹੱਕਦਾਰ ਹੈ ਸਾਹਿਬ। ਦੇਖੋ ਪਾਣਾ ਨਾ ਪਾਣਾ ਲੋਕਾਂ ਦਾ ਹੈ, ਪਰ ਲੋਕ ਘੋਖ ਕੇ ਗੱਲ ਨੂੰ ਫਿਰ ਵੋਟ ਪਾਉਣ ਸਾਹਿਬ। ਮੇਰੀ ਇੰਨੀ ਬੇਨਤੀ ਹੈ ਸਾਰੇ ਇਲੈਕਸ਼ਨ ਦੇ ਅੰਦਰ ਵੀ ਆਹ ਮੌਕਾ ਹੈ ਤੁਹਾਡੇ ਕੋਲ, ਇਹਦੇ ਨਾਲ ਕਿਸੇ ਦਾ ਕੋਈ ਨਾ ਸੰਵਰਨਾ ਨਾ ਵਿਗੜਨਾ, ਬਟ ਇਹਨਾਂ ਨੂੰ ਅੱਖ ਖੁੱਲ੍ਹ ਜਾਣੀ ਚਾਹੀਦੀ ਸੀਗੀ ਸੰਗਰੂਰ ਦੇ ਅੰਦਰ। ਪਰ ਅਹੰਕਾਰ ਦੀ ਚਰਬੀ, ਤਾਕਤ ਦਾ ਅਹੰਕਾਰ ਐਡਾ ਚੜ੍ਹਿਆ ਖੜਾ ਹੈ, ਜਿਹਨੂੰ ਕਰਕੇ ਅੱਜ ਨਹੀਂ ਮੈਂ ਸਮਝਦਾ ਵੀ ਅੱਜ ਤਾਈਂ ਉਹ ਉਸੇ ਅਹੰਕਾਰ 'ਚ ਤੁਰੇ ਫਿਰਦੇ ਹੈ। ਅਤੇ ਇੱਕ ਤੁਨਕਾ ਹੋਰ ਦੇਣ ਵਾਲੇ ਇੰਜੈਕਸ਼ਨ ਠੋਕਣਾ, ਮੋਟਾ ਇੰਜੈਕਸ਼ਨ ਲਾਉਣਾ ਪਊਗਾ। ਹੁਣ ਪੁਰਾਣੀ ਪੈਨਸਲੀਨ ਨਾਲ ਨਹੀਂ ਗੱਲ ਬਣਨੀ, ਅਤੇ ਇੰਜੈਕਸ਼ਨ ਲਾ ਦਿਓ ਤੇ ਹੋ ਸਕਦਾ ਅਕਲ ਆ ਜੇ, ਨਹੀਂ ਤਾਂ ਪੰਜਾਬ ਨੇ ਅਜੇ 4 ਸਾਲ 3.5 ਪੌਣੇ 4 ਸਾਲ ਪਏ ਭੁਗਤਣੇ ਪੈਣਗੇ ਸਭ ਇਹਨਾਂ ਨੂੰ। ਇਹਨਾਂ ਦੀ ਫੋਟੋਆਂ ਦੇਖਣੀਆਂ ਪੈਣਗੀਆਂ। ਪਰ ਪੰਜਾਬ ਭਾਜਪਾ ਦੀ ਗੱਲ ਕਰੀਏ ਕਿ ਪੰਜਾਬ ਭਾਜਪਾ ਲੀਡਰਸ਼ਿਪ ਕਹਿੰਦੀ ਹੈ ਕਿ ਸੈਂਟਰ ਸਾਡੇ ਵੱਲ ਸਵੱਲੀ ਨਜ਼ਰ ਨਾਲ ਵੇਖਦਾ ਹੈ, ਚਾਹੀਦੀ ਹੈ ਇੱਥੇ ਸਰਕਾਰ ਤਾਂ ਤਾਲਮੇਲ ਬਣਨਾ ਹੈ। ਤੁਸੀਂ ਲੰਮਾ ਸਮਾਂ ਸਿਆਸਤ ਕਰ ਰਹੇ ਹੋ, ਪੀੜ੍ਹੀਆਂ ਕਹੂੰਗਾ ਮੈਂ ਤੇ ਕਿ ਦੂਜੀ ਤੀਜੀ ਪੀੜ੍ਹੀ ਹੈ ਜਿਹੜੀ ਜੇਕਰ ਸਿਆਸਤ ਲੰਮਾ ਸਮਾਂ ਕਰੇ ਤੇ ਉਸ ਕੋਲ ਤਜਰਬਾ ਇੱਕ ਹੁੰਦਾ। ਤੁਹਾਨੂੰ ਇਹ ਦਲੀਲ ਕਿੰਨੀ ਕੁ ਲੱਗਦੀ ਹੈ ਕਿ ਇੱਥੇ ਵੀ ਭਾਜਪਾ ਦੀ ਸਰਕਾਰ ਹੋ ਤਾਂ ਹੀ ਸਬਰੂ, ਐਵੇਂ ਸਬਰ ਹੀ ਨਹੀਂ ਸਕਦਾ? ਸਬਰ ਤਾਂ ਸਕਦਾ ਹੈ, ਪਰ ਕੋਈ ਸਰਕਾਰ ਉਧਰਲੇ ਪਾਸੇ ਇੰਟਰਸਟਿਡ ਤਾਂ ਹੋਵੇ ਸਾਹਿਬ। ਤੁਸੀਂ ਤੁਹਾਡੇ ਸਾਹਮਣੇ ਹੁਣੇ ਕਿਹਾ ਵੀ ਮੈਂ ਕਣਕ FCI ਨਹੀਂ ਦੇਣੀ, ਉੱਥੇ ਵੇਚ ਦੂੰਗਾ। ਦੇਖੋ ਕੇਜਰੀਵਾਲ ਸਾਹਿਬ ਨੂੰ ਮੌਕਾ ਮਿਲਿਆ ਦਿੱਲੀ ਦੇ ਅੰਦਰ, 2 ਹੀ ਸਰਕਾਰਾਂ, ਇੱਕ ਉਹਨਾਂ ਦੀ ਉੱਥੇ ਇੱਕ ਇੱਥੇ ਹੈ। ਸ਼ਿਮਲੇ ਦੇ ਅੰਦਰ ਤਾਂ ਇਹਨਾਂ ਨੂੰ 346 ਵੋਟਾਂ ਪਈਆਂ ਮੇਰੇ ਖਿਆਲ, MC ਦੇ ਵੋਟਾਂ ਮੈਂ ਅੱਜ ਦੇਖ ਰਿਹਾ ਸੀਗਾ ਜੀ, ਇੱਥੇ ਕਹਿੰਦੇ ਵੀ ਉਹ 346 ਟੋਟਲ ਵੋਟ ਹੈ। 21 ਵਾਰਡਾਂ 'ਚ ਲੜਿਆ, 346 ਵੋਟਾਂ ਕੱਲੀਆਂ ਪਈਆਂ ਉੱਥੇ ਟੋਟਲ ਇਹਨਾਂ ਨੂੰ 346। ਉਹਦੇ 'ਚ ਕਨਫਰੰਟੇਸ਼ਨ ਇਹਨਾਂ ਦਾ ਮੋਡ ਰਿਹਾ, ਖਬਰਾਂ 'ਚ ਰਹਿਣ ਵਾਸਤੇ, ਇਸ਼ਤਿਹਾਰਾਂ 'ਚ ਰਹਿਣ ਵਾਸਤੇ। ਰੋਜ਼ ਦਿੱਲੀ 'ਚ ਗਵਰਨਰ ਦੇ ਨਾਲ ਸਿੰਘ ਫਸਾ ਰੱਖੇ ਹੁੰਦੇ ਹਰ ਗੱਲ ਦੇ ਅੰਦਰ। ਇੱਥੇ ਆ ਗਏ ਹੁਣ, ਆ ਕਹਿੰਦੇ ਮੈਂ ਕਣਕ ਦੇਣੀ ਨਹੀਂ FCI ਨੂੰ, ਮੈਂ ਉੱਧਰ ਵੇਚ ਦੂੰਗਾ। ਸੋ ਕਨਫਰੰਟੇਸ਼ਨ ਨਾਲ ਨਹੀਂ ਸਾਹਿਬ, ਦਿਸ ਇਜ਼, ਅਗਰ ਉਹ ਤਾਲੀ ਦੋਨਾਂ ਹੱਥਾਂ ਨਾਲ ਵੱਜਦੀ ਹੈ ਸਾਹਿਬ। ਤੁਸੀਂ ਕਹਿ ਦਿਓ ਵੀ ਇਕੱਲੇ ਮੋਦੀ ਸਾਹਿਬ ਇਹਨਾਂ ਕੋਲ ਆ ਕੇ ਕਹਿਣ ਵੀ ਨੋ ਜੀ ਬੋਲੋ ਭਗਵੰਤ ਮਾਨ ਜੀ ਮੈਂ ਕੀ ਦੇਊਂਗਾ, ਤੁਸੀਂ ਜਾ ਕੇ ਗੱਲ ਤਾਂ ਕਰੋ। ਪਹਿਲੇ ਦਿਨ ਜਿਸ ਦਿਨ ਮਿਲਣ ਗਏ ਆ, ਜਦੋਂ ਮੇਰੇ ਖਿਆਲ ਚੀਫ ਮਿਨਿਸਟਰ ਬਣੇ ਸੀ, ਜਾ ਕੇ ਪਹਿਲੀ ਗੱਲ ਕੀ ਕੀਤੀ ਇਹਨਾਂ ਨੇ, ਸਾਨੂੰ 50,000 ਕਰੋੜ ਦੇ ਦਿਓ। ਕਾਹਦੇ ਦੇ ਦਈਏ? ਸਭ ਇਸ਼ਤਿਹਾਰ ਲਾਣੇ ਹੈ, ਕੋਈ ਪਲਾਨ ਤਾਂ ਲੈ ਕੇ ਜਾਓ ਵੀ ਆਹ ਸਾਡਾ ਪ੍ਰਪੋਜ਼ਲ ਹੈ। ਉਹਨਾਂ ਨੇ ਕਹਿੰਦੇ ਬਾਰਡਰ ਸਟਰੋਂਗ ਕਰਨਾ ਹੈ, ਨਵੀਂ ਤਕਨੀਕ ਲਿਆਉਣੀ ਹੈ, ਡਰੋਨ ਆਉਂਦੇ, ਹਥਿਆਰ ਆਉਂਦੇ, ਨਸ਼ਾ। ਦੇਖੋ ਸੈਂਟਰਲ ਗਵਰਨਮੈਂਟ ਕਰ ਲੂਗੀ, ਜਿਹੜੇ ਡਰੋਨ ਲੈਣੇ ਹੈ, ਲਿਆਣੇ ਹੈ, ਨਾ ਲਿਆਣੇ, ਉਹਨਾਂ ਨੂੰ ਐਂਟੀ ਡਰੋਨ ਟੈਕਨੋਲੋਜੀਜ਼ ਲੈ ਕੇ ਆਉਣੀ ਹੈ। ਭਗਵੰਤ ਮਾਨ ਜੀ ਪਹਿਲਾਂ ਆਪਣੀ ਉਹ ਦੇਖੋ ਕੈਪਟਨ ਅਮਰਿੰਦਰ ਸਿੰਘ ਜੀ ਦਾ ਬਿਆਨ ਆਇਆ ਸੀ ਵੀ ਡਜ਼ ਨਾਟ ਫਸਟ ਹੈਜ਼ ਟੂ ਲਰਨ ਗਵਰਨੈਂਸ। ਉਹੀ ਮੈਂ ਪਹਿਲਾਂ ਕਹਿ ਰਿਹਾ ਵੀ ਗਵਰਨੈਂਸ ਨੂੰ ਇੰਨਾ ਲਾਈਟਲੀ ਨਾ ਲੈਣ ਭਗਵੰਤ ਮਾਨ ਜੀ, ਇਟਸ ਅ ਸੀਰੀਅਸ ਮੈਟਰ।
ਪੰਜਾਬ ਦੇ ਭਵਿੱਖ ਦਾ ਮਸਲਾ ਹੈ। ਇਸ ਤਰ੍ਹਾਂ ਕਰਕੇ ਰਿਹਾ ਵੀ ਅਗਰ ਸਹੀ ਇੰਟੈਂਟ ਨਾਲ ਕਰਨਗੇ ਸਭ ਬਿਲਕੁਲ ਕੇਂਦਰ ਦਾ। ਅੱਜ ਵੀ ਅਮਿਤ ਸ਼ਾਹ ਜੀ ਹੁਣ ਬਿਆਨ ਆਏ ਜਦੋਂ ਉਹਨਾਂ ਨੇ ਕਿਹਾ ਵੀ ਆ ਜਿਹੜਾ ਅੰਮ੍ਰਿਤਪਾਲ ਵਾਲੇ ਮਸਲੇ 'ਚ ਉਹਨਾਂ ਨੇ ਕਿਹਾ ਵੀ ਜੋ ਇਹਨਾਂ ਨੇ ਕਿਹਾ ਅਸੀਂ ਇਹਨਾਂ ਨੇ ਮਦਦ ਕੀਤੀ, ਇਹਨਾਂ ਨੇ ਜੋ ਐਕਸ਼ਨ ਚਾਹੀਦੇ ਸੀ ਅਸੀਂ ਇਹਨਾਂ ਨਾਲ ਕਰਤਾ। ਤੁਸੀਂ ਲੋੜ ਮਹਿਸੂਸ ਕਰਦੇ ਸੀ ਕਿ ਪੰਜਾਬ ਦੇ ਇਸ ਤਰ੍ਹਾਂ ਦੇ ਹਾਲਾਤ ਸੀ ਕਿ ਉੱਥੋਂ ਪੈਰਾਮਿਲਟਰੀ ਫੋਰਸਸ ਚਾਹੀਦੀਆਂ ਸੀ ਪੰਜਾਬ ਨੂੰ? ਇਹਨਾਂ ਨੇ ਜਾ ਕੇ ਮੰਗੀਆਂ ਸਭ, ਉਹ ਤਾਂ ਉਹ ਦੱਸਣ ਵੀ ਇਹਨਾਂ ਨੂੰ ਭਗਵੰਤ ਮਾਨ ਜੀ ਜਾ ਕੇ ਉਹਨਾਂ ਨੇ ਰਿਕੁਐਸਟ ਕੀਤੀ, ਸਪੈਸੀਫਿਕਲੀ ਮਿਲਣ ਗਏ ਸੀਗੇ ਵੀ ਸਾਨੂੰ ਪੈਰਾਮਿਲਟਰੀ ਫੋਰਸਿਸ ਚਾਹੀਦੀਆਂ। ਭਗਵੰਤ ਮਾਨ ਜੀ ਦੱਸਣ ਸਾਹਿਬ, ਕਿਉਂਕਿ ਭਗਵੰਤ ਮਾਨ ਜੀ ਨੇ ਜਦੋਂ ਅਜਨਾਲਾ ਵਾਲਾ ਹਿਸਾਬ ਕਿਤਾਬ ਦੇਖਿਆ, ਇਟ ਵਾਜ਼ ਨਾਟ ਸਾਡੀ ਪੁਲਿਸ ਫੋਰਸਿਸ ਦਾ, ਮੈਂ ਨਹੀਂ ਉਹਨਾਂ ਦਾ ਐਡਾ ਕੋਈ ਕਮਜ਼ੋਰੀ ਤਾਂ ਲੀਡਰ ਦੀ ਹੁੰਦੀ ਹੈ ਸਾਹਿਬ। ਲੀਡਰ ਸਾਹਿਬ ਨੇ ਉਹ ਖੁਦ ਵੀ ਕਿਹਾ, ਚਲੋ ਘੱਟੋ ਘੱਟ ਇਹਨਾਂ ਦਾ ਮੰਨਿਆ। ਚੀਮਾ ਸਾਹਿਬ ਦੇ ਬਿਆਨ ਆਏ ਸੀਗੇ, ਚੀਮਾ ਸਾਹਿਬ ਨੇ ਕਿਹਾ ਵੀ ਅਸੀਂ ਮੀਟਿੰਗ 'ਚ ਸੀਗੇ ਅਤੇ ਉੱਥੇ CM ਸਾਹਿਬ ਨੇ ਫੋਨ ਕਰਕੇ DG ਨੂੰ ਕਿਹਾ ਵੀ ਦੇਖਿਓ ਕਿਤੇ ਕਿਸੇ ਨੂੰ ਹੱਥ ਨਹੀਂ ਲੈਣਾ, ਕੋਈ ਗੱਲ ਨਹੀਂ ਕਰ ਲਾਂਗੇ। ਪਰ ਉਹਦਾ ਨਤੀਜਾ ਕੀ ਹੋਇਆ ਵੀ ਉਹ ਜਿਹੜੀ ਮਾੜੀ ਮੋਟੀ ਇਨਵੈਸਟਮੈਂਟ ਆਣੀ ਸੀ ਉਹ ਇਨਵੈਸਟਮੈਂਟ ਵੀ ਨਿਕਲ ਗਈ ਸਾਹਿਬ। ਉਸੇ ਦਿਨ ਹੀ ਜਿੱਦਣ ਰਾਤ ਨੂੰ ਇਹਨਾਂ ਦਾ ਖਾਣਾ ਸੀਗਾ ਇਨਵੈਸਟ ਪੰਜਾਬ ਦੇ ਅੰਦਰ, ਉਸੇ ਦਿਨ ਅਜਨਾਲਾ ਕਾਂਡ ਹੋ ਗਿਆ। ਡਿਨਰ ਤੇ ਰੁਕਣਾ ਕਹਿੰਦੇ ਜਿੰਨੇ ਕੋਈ ਬਾਹਰੋਂ ਆਏ ਸੀ, ਬੰਬੇ ਵਾਲਾ ਕੋ ਕਿਧਰੋਂ ਆਇਆ ਸੀ, ਤਾਂ ਸਭ ਤੁਰ ਗਏ ਉਸੇ ਦਿਨ ਕਰਾ ਕੇ। ਡਿਨਰ ਵਾਸਤੇ ਰੁਕੇ ਨਹੀਂ ਸਾਹਿਬ। ਇਟ ਵਾਜ਼ ਇਨਸਲਟ ਟੂ ਦਾ ਚੀਫ ਮਿਨਿਸਟਰਸ ਇਨਵੀਟੇਸ਼ਨ ਵੀ ਉਹ ਤੁਰ ਗਏ ਜੀ। ਕਹਿੰਦਾ ਇੱਥੇ ਪੰਜਾਬ 'ਚ ਤਾਂ ਅਫਰਾ ਤਫਰੀ ਮੱਚੀ ਖੜੀ ਹੈ। ਤੁਹਾਨੂੰ ਜਿਹੜੀ ਇੱਕ ਹਿੰਮਤ ਨਾਲ ਡੇਅਰਿੰਗ ਜਿਹੜੀ ਗਵਰਨੈਂਸ ਚਲਾਉਣ ਦੀ ਤੁਸੀਂ ਗੱਲ ਕਰ ਰਹੇ ਹੋ, ਕੋਈ ਹਿੰਮਤ ਹੋਣੀ ਚਾਹੀਦੀ ਹੈ, ਲਿਆਕਤ ਹੋਣੀ ਚਾਹੀਦੀ ਹੈ, ਜੋ ਨਹੀਂ ਹੈ ਤੁਸੀਂ ਕੀ ਨਿੱਜੀ ਤੌਰ ਤੇ ਸਮਝਦੇ ਹੋ? ਮੁੱਖ ਮੰਤਰੀ ਭਗਵੰਤ ਮਾਨ 'ਚ ਕਮੀ ਹੈ ਜਾਂ ਫਿਰ ਬਿਊਰੋਕਰੇਟਸ ਇੰਨੇ ਹਾਵੀ ਹੋ ਜਾਂਦੇ ਆ? ਤੁਸੀਂ ਵੀ ਸਰਕਾਰਾਂ 'ਚ ਰਹੇ ਹੋ, ਇਸ ਕਰਕੇ ਗੱਲ ਬਣਦੀ ਨਹੀਂ। IAS ਅਫਸਰ ਡਰਾ ਲੈਂਦੇ ਆ, IPS ਅਫਸਰ ਡਰਾ ਲੈਂਦੇ ਆ ਇਕੱਠੇ ਹੋ ਕੇ। ਡਰਾ ਡਰੂ ਕੌਣ ਕਿਸੇ ਨੂੰ ਡਰਾਉਂਦਾ ਹੈ ਜੀ? ਓਬਵੀਅਸਲੀ ਐਵਰੀਬਡੀ ਵਾਂਟਸ ਟੂ ਬੀ ਇਨ ਕੰਟਰੋਲ। ਹਰੇਕ ਨੂੰ ਐਂ ਲੱਗਦਾ ਵੀ ਮੈਂ ਹੀ ਮੇਰੇ ਮੋਢਿਆਂ 'ਤੇ ਹੀ ਸਾਰਾ ਕੁਝ ਚੱਲੀ ਜਾਂਦਾ ਹੈ। ਪੰਜਾਬ ਦਾ ਵਹਿਮ ਹੁੰਦਾ ਕਿਸੇ ਨੂੰ ਤੇ ਨੋਬਡੀ ਇਜ਼ ਇੰਡਿਸਪੈਂਸੇਬਲ। ਸਾਰੇ ਕਿਤੇ ਨਾ ਕਿਤੇ ਬੰਦੇ ਸਾਰੇ ਬਹੁਤ ਸਿਆਣੇ ਬੈਠੇ ਹੈ, ਬਟ ਇੱਕ ਟੈਂਡੈਂਸੀ ਹੁੰਦੀ ਹੈ ਸਾਹਿਬ ਕੋਈ ਵੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਾਂ ਕਿਤੇ ਵੀ, ਈਵਨ ਲਾਈਫ ਆਲਸੋ, ਤੁਸੀਂ ਥੋੜ੍ਹੀ ਜਿਹੀ ਕਮਜ਼ੋਰੀ ਦਿਖਾਤੀ ਲੋਕਾਂ ਨੇ ਹਾਵੀ ਹੋ ਜਾਣਾ ਹੈ। ਘੋੜਾ ਵੀ ਸਵਾਰ ਦੇਖ ਕੇ ਸਵਾਰ ਮਜ਼ਬੂਤ ਆ ਜੇ, ਉਹਨੂੰ ਲੱਗਿਆ ਵੀ ਉਦੋਂ ਏਡ ਬੈਠਣ ਪਤਾ ਲੱਗ ਜਾਂਦਾ ਵੀ ਆਹ ਏਡ ਹੌਸਲੇ ਨਾਲ ਲਾ ਰਿਹਾ, ਡਰ ਗਿਆ ਤਾਂ ਪਟਕ ਦਿੰਦਾ। ਉਸੇ ਤਰ੍ਹਾਂ ਹੀ ਐਡਮਿਨਿਸਟ੍ਰੇਸ਼ਨ ਨੇ ਦੇਖ ਲਿਆ ਵੀ ਇਹਨਾਂ ਦੇ ਅੱਗੇ ਪਿੱਛੇ ਕੋਈ ਪੱਲੇ ਤਾਂ ਹੈ ਨਹੀਂ ਹਿਸਾਬ ਕਿਤਾਬ, ਨੈਚੁਰਲੀ ਸਭ ਦਿਨ ਦੇ ਡੋਂਟ ਅਗਵੇ। ਅਤੇ ਉਹਦੇ ਬਾਅਦ ਜੋ ਐਕਸਾਈਜ਼ ਕੇਸ 'ਚ ਉਹਨਾਂ ਦਾ ਵਰੁਣ ਰੰਜਨ, ਉਹਨਾਂ ਦਾ ਜੋ ਕੁਛ ਹਾਲ ਬਣਿਆ ਵਿਚਾਰੇ IAS ਦਾ, ਬਡਿੰਗ IAS ਨਿਊ ਯੰਗ ਉਹਦਾ ਕੀ ਹਾਲ ਬਣਿਆ ਜੀ, ਪਤਾ ਨਹੀਂ ਇਹਨਾਂ ਦਾ ਬਣਨਾ ਕੀ, ਉਹਦਾ ਕੈਰੀਅਰ ਤਾਂ ਇਹਨਾਂ ਨੇ ਤਬਾਹ ਕਰਤਾ। ਕਮਜ਼ੋਰੀ ਕਿੱਥੇ ਹੈ ਸਾਹਿਬ? ਭਗਵੰਤ ਮਾਨ ਜੀ ਵਾਜ਼ ਅ ਵੈਰੀ ਕੇਪੇਬਲ ਮੈਨ। 1.5 ਸਾਲ ਉਹਨਾਂ ਨੂੰ ਐਜ਼ ਏ ਪਾਰਲੀਮੈਂਟ ਮੈਨੂੰ ਮੌਕਾ ਮਿਲਿਆ ਲੋਕ ਸਭਾ ਦੇ ਅੰਦਰ ਦੇਖਣ ਦਾ। ਅਦਰਵਾਈਜ਼ ਕੇਪੇਬਲ ਮੈਨ, ਬਹੁਤ ਵਧੀਆ, ਇਜ਼ ਔਨ ਦਾ ਸ਼ਾਰਪ। ਬਟ ਇੱਥੇ ਆ ਕੇ ਪਰ ਕਿਉਂ ਇੰਨੀ ਕਮਜ਼ੋਰੀ ਆਈ ਹੈ? ਉਹਦਾ ਮੈਂ ਕੱਲ ਇੱਕ ਆਡੀਓ ਆਈ ਸਾਹਿਬ, ਉਹ ਬਹੁਤ ਕੁਛ ਕਹਿੰਦੀ ਹੈ, ਤੁਸੀਂ ਪਤਾ ਨਹੀਂ ਦੇਖਿਆ ਕਿ ਨਹੀਂ ਦੇਖਿਆ। ਉਹ ਆਡੀਓ ਆਈ ਹੈ ਜਿਹਦੇ ਵਿੱਚ ਇਹਨਾਂ ਦੇ ਮਿਸਟਰ ਪਾਠਕ ਜਿਹੜੇ ਹੈ MP ਸਾਹਿਬ, ਉਹ ਚੀਮਾ ਸਾਹਿਬ ਦੀ ਕਲਾਸ ਲਾ ਰਹੇ ਹੈ। ਚੀਮਾ ਸਾਹਿਬ ਹਰਪਾਲ ਸਿੰਘ ਚੀਮਾ, ਹੀ ਇਜ਼ ਦਾ ਸੀਨੀਅਰ ਮੋਸਟ ਮਿਨਿਸਟਰ, ਫਾਈਨਾਂਸ ਮਿਨਿਸਟਰ, ਪਹਿਲਾਂ ਲੀਡਰ ਆਫ ਆਪੋਜੀਸ਼ਨ ਰਹੇ ਹੈ। ਆਈ ਥਿੰਕ ਮੇਰੇ ਖਿਆਲ ਉਹ ਤਿਆਰ ਹੀ ਸੀਗੇ ਵੀ ਮੈਂ ਚੀਫ ਮਿਨਿਸਟਰ ਬਣਨਾ ਹੀ ਬਣਨਾ ਹੈ। ਪਰ ਜਦੋਂ ਚੀਫ ਮਿਨਿਸਟਰ ਨਹੀਂ ਬਣੇ ਤਾਂ ਘੱਟੋ ਘੱਟ ਆਸਤਾ ਸੀਗੀ, ਇਹਨਾਂ ਨੇ ਪ੍ਰੋਮਿਸ ਕੀਤਾ ਸੀ ਵੀ ਅਸੀਂ ਦਲਿਤ ਭਾਈਚਾਰੇ SC ਕਮਿਊਨਿਟੀ 'ਚੋਂ ਡਿਪਟੀ CM ਜ਼ਰੂਰ ਬਣਾਵਾਂਗੇ। ਤਾਂ ਐਟਲੀਸਟ ਹੀ ਵਾਜ਼ ਫਿਟ ਫॉर दैट ਜੌਬ। ਉਹਨੂੰ ਚਲੋ ਨਹੀਂ ਬਣਾਇਆ, ਜੋ ਵੀ ਹਾਲਾਤ ਬਣੇ ਹੈ ਨਹੀਂ ਕੀਤਾ ਕਤਾਇਆ ਇਹਨਾਂ ਨੇ। ਪਰ ਇੱਕ ਪਾਠਕ ਜੀ, ਚਲੋ ਮੈਂ ਸਮਝਦਾ, ਮੈਂ ਜਾਣਦਾ ਕੌਣ ਹੈ ਪਾਠਕ ਜੀ। ਪੰਜਾਬ ਦਾ ਮੇਰੇ ਖਿਆਲ 99.9% ਬੰਦਿਆਂ ਨੂੰ ਪਤਾ ਹੀ ਨਹੀਂ ਵੀ ਚੀਜ਼ ਕੀ ਹੈ, ਸ਼ੈ ਕੀ ਹੈ। ਪਾਠਕ ਸਾਹਿਬ ਤੁਸੀਂ ਕੀ ਸ਼ੈ ਹੋ ਵੀ ਪੰਜਾਬ ਦੇ ਮਿਨਿਸਟਰ ਨੂੰ ਕਹਿ ਰਿਹਾ ਜੇ ਕਹਿੰਦਾ 15 ਪਿੰਡ ਤੇਰੇ ਜੁੰਮੇ ਲਾਏ ਹੈ ਚੀਮਾ ਜੀ, ਜੇ ਕਿਤੇ ਘਟ ਗਿਆ ਤਾਂ ਮੈਂ ਬਖਸ਼ੂੰਗਾ ਨਹੀਂ। ਸਾਹਿਬ ਆਮ ਆਦਮੀ ਪਾਰਟੀ ਬਖਸ਼ਣਹਾਰ ਹੋਗੀ। ਕੌਣ ਹੈ ਮਿਸਟਰ ਪਾਠਕ? ਕੀ ਵਟ ਇਜ਼ ਇਜ਼ ਲੋਕਸ ਸਟੈਂਡ ਆਈ ਵੀ ਜਿਹੜੇ ਕਹਿ ਰਹੇ ਚੀਮਾ ਸਾਹਿਬ ਨੂੰ? ਸਾਡੇ ਡਿਫਰੈਂਸਿਸ ਆਮ ਪਾਰਟੀ ਨਾਲ ਹੈ, ਪਰ ਉਹ ਪੰਜਾਬ ਦੇ ਨੁਮਾਇੰਦੇ ਹੈ, ਸਾਹਿਬ ਚੁਣੇ ਨੁਮਾਇੰਦਾ, ਫਾਈਨਾਂਸ ਮਿਨਿਸਟਰ ਹੈ। ਹੂਜ਼ ਪਾਠਕ? ਉਹਨੂੰ ਕਹਿ ਰਿਹਾ ਤੈਨੂੰ ਬਖਸ਼ੂੰਗਾ ਨਹੀਂ ਮੈਂ। ਸੋ ਦਿੱਲੀ ਵਾਲੇ ਚਲਾ ਰਹੇ ਹੈ ਜਿਹੜੀ ਗੱਲਾਂ ਅੱਜ ਤਾਈਂ ਪਰਦੇ ਦੇ ਪਿੱਛੇ ਸੀਗੀਆਂ ਉਹ ਸਾਹਮਣੇ ਆ ਗਈਆਂ। ਇਸ ਔਨ ਰਿਕਾਰਡ ਸਾਹਿਬ ਆਡੀਓ ਤੁਰੀ ਫਿਰਦੀ ਹੈ। ਉਹ ਹਾਲਾਤ ਹੈ ਸਾਹਿਬ, ਉਹਨਾਂ ਦਾ ਤਾਂ ਬਸ ਹੀ ਨਹੀਂ ਹੈ। ਤਾਂ ਠੀਕ ਆਪਦਾ ਟਾਈਮ ਕਾਂਗਰਸ, ਭਾਜਪਾ ਜਾਂ ਫਿਰ ਕੋਈ ਹੋਰ ਪਾਰਟੀ ਦਿੱਲੀ ਤੋਂ ਚੱਲਣ ਦੇ ਵਿੱਚ ਫਰਕ ਕੀ ਹੈ? ਆਮ ਆਦਮੀ ਪਾਰਟੀ ਦਾ ਦਿੱਲੀ ਤੋਂ ਚੱਲਣਾ ਤੇ ਬਾਕੀ ਪਾਰਟੀਆਂ ਦਾ, ਕਿਉਂਕਿ ਕਾਂਗਰਸ ਦੇ ਫੈਸਲੇ ਵੀ ਉੱਧਰੋਂ ਹੀ ਹੁੰਦੇ ਸੀ, ਭਾਜਪਾ ਦੇ ਵੀ ਉੱਥੋਂ ਹੁੰਦੇ। ਇਹਨਾਂ ਨੇ ਗੋਡੇ ਟੇਕ ਤੇ ਸੇਵ, ਜਾਂ ਗੋਡੇ ਜਦੋਂ ਬੋਲਦੇ ਕੁਛ ਨਹੀਂ, ਇਹਨਾਂ ਨੂੰ ਕੁਛ ਕਹਿਣਾ ਹੀ ਨਹੀਂ। ਪੰਜਾਬ ਦੀ ਗੱਲ ਰੱਖਣ ਤਾਂ ਸਹੀ, ਉੱਥੇ ਇਸ਼ੂਜ਼ ਕੀ ਹੈ, ਕੌਣ ਰੱਖੂਗਾ ਨਹੀਂ ਰੱਖੂਗਾ। ਤਾਂ ਉੱਥੇ ਤਾਂ ਜਾ ਕੇ, ਕਿਉਂਕਿ ਸੈਂਟਰ ਗਵਰਨਮੈਂਟ ਦੇ ਨਾਲ ਹੀ ਸਰਕਾਰਾਂ ਚੱਲਦੀਆਂ ਸਭ ਯਾਰ, ਫੈਡਰਲ ਕੰਟਰੀ ਸਾਰੇ ਮਿਲ ਜੁਲ ਕੇ ਸੈਂਟਰ ਤੋਂ ਸਾਰਾ ਹੀ ਆਪਣਾ ਰਹਿੰਦਾ ਤਾਲੁਕ ਕਰਨ ਸਾਹਿਬ। ਪਰ ਇੱਕ
ਦਿੱਲੀ ਵਾਲਾ ਬੈਠ ਕੇ ਤੇ ਇੱਥੇ ਪੰਜਾਬ ਨੂੰ ਚਲਾਈ ਜਾਂਦਾ, ਫਿਰ ਬੰਦ ਕਰ ਦਿਓ ਇੰਸਟੀਟਿਊਸ਼ਨ। ਫਿਰ ਕਿਉਂ 2 ਚੀਫ ਮਿਨਿਸਟਰਾਂ ਦੀ ਤਨਖਾਹ ਪਾਈ ਹੈ, ਕੇਜਰੀਵਾਲ ਸਾਹਿਬ ਹੀ ਚਲਾ ਲੈਣ। ਇੱਥੇ ਦੇ ਜਾ ਕੇ ਸਾਰੇ ਕਦੇ ਉੱਥੇ ਬੁਲਾ ਲੈਂਦੇ ਮੀਟਿੰਗ, ਕੇਜਰੀਵਾਲ ਸਾਹਿਬ ਲੈਂਦੇ ਹੈ। ਬਿਊਰੋਕ੍ਰੇਸੀ ਦੀ ਮੀਟਿੰਗ ਦਿੱਲੀ 'ਚ ਹੁੰਦੀ, ਮੈਂ ਪਹਿਲੀ ਵਾਰੀ ਦੇਖੀ ਹੈ। ਬਿਊਰੋਕ੍ਰੇਸੀ ਜਾਂਦੀ ਸੀ ਸੈਂਟਰਲ ਮਿਨਿਸਟਰਸ ਕੋਲ ਪ੍ਰੋਜੈਕਟ ਲੈ ਕੇ, ਜਾਂ ਉਹ ਕਾਲ ਕਰਦੇ ਸੀ ਵੀ ਆ ਜਿਹੜੀ ਸੈਂਟਰਲ ਸਕੀਮ ਸੀ ਕਿਸ ਤਰ੍ਹਾਂ, ਕੀ ਪ੍ਰੋਬਲਮਸ ਹੈ, ਕੀ ਇੰਪਰੂਵਮੈਂਟ ਹੋ ਸਕਦੀ ਹੈ, ਲੋਕਲ ਕੰਡੀਸ਼ਨਸ ਕੀ ਹੈ, ਉਹਨਾਂ ਨੂੰ ਇੰਪਰੂਵ ਕਰੀਏ। ਪਰ ਇੱਥੇ ਤਾਂ ਇਹ ਜਾ ਕੇ ਉਹਨਾਂ ਨੂੰ ਕਲਾਸ ਲਾ ਰਹੇ ਵੀ ਐਕਸਾਈਜ਼ ਪਾਲਿਸੀ ਐਵੇਂ ਬਣਨੀ ਹੈ, ਇਸ ਬੰਦੇ ਨੂੰ ਠੇਕਾ ਦੇਣਾ ਹੈ, ਆਹ ਇਸ ਤਰ੍ਹਾਂ ਕਰਨਾ ਹੈ, ਆਹ ਬੰਦੇ ਨੂੰ ਇੱਥੇ ਲਾਵਾਂਗੇ, ਇਸ਼ਤਿਹਾਰ ਕਿੱਥੇ ਲੱਗਣੇ। ਫਿਰ ਮੈਂ ਉੱਥੇ ਆ ਜਾਣਾ, ਕਿਉਂਕਿ ਉਹਦੇ ਨਾਲ ਰਿਲੇਟਿਡ ਗੱਲ ਹੈ ਸਭ। ਐਡਮਿਨਿਸਟ੍ਰੇਸ਼ਨ ਕਿਵੇਂ ਕੰਮ ਕਰੂਗੀ? ਜਿਹੜੇ IAS ਆਫਿਸਰ ਨੇ, ਤੁਹਾਨੂੰ ਯਾਦ ਹੈ ਕਿੱਸਾ ਜਿਹੜਾ ਹੋਇਆ ਸੀਗਾ ਮੁਹੱਲਾ ਕਲੀਨਿਕ ਵਾਲਾ, ਜਦੋਂ ਕਹਿੰਦੇ ਸੀ ਐਡਵਰਟੀਜ਼ਮੈਂਟ, 10 ਕਰੋੜ ਰੁਪਈਆ ਖਰਚਾ ਕੀਤਾ ਮੁਹੱਲਾ ਕਲੀਨਿਕ ਖੋਲ੍ਹਣ ਤੇ 30 ਕਰੋੜ ਰੁਪਈਏ ਦੀ ਕਹਿੰਦੇ ਇਸ਼ਤਿਹਾਰ ਅਪਰੂਵ ਕਰ ਦਿਓ, ਨਾ ਕਰਤੀ। ਫਿਰ ਉਹ ਅਫਸਰ ਦਾ ਬਣਿਆ ਕੀ, ਆ ਦੱਸੋ ਕਿੱਥੇ ਅਫਸਰ? ਉਹ ਅੱਜ ਤਾਈਂ ਉਹਨੂੰ ਪੋਸਟਿੰਗ ਨਹੀਂ ਮਿਲੀ ਸਾਹਿਬ। ਹੀ ਇਜ਼ ਵਿਦਆਊਟ ਅ ਪੋਸਟ, ਹੀ ਇਜ਼ ਪੁੱਟ ਔਨ ਡਿਸਪੋਜ਼ਲ ਆਫ ਦਿਸ ਥਿੰਗ। ਚੀਫ ਸੈਕਟਰੀ ਕਿਤੇ ਲਾਣਾ ਲਾ ਦੇਵੇ ਇਹਨੂੰ, ਵਿਹਲਾ ਬੈਠੇ। ਫਿਰ ਇਹਨਾਂ ਤੋਂ ਕੰਮ ਭਾਲਦੇ ਆ, ਇਹ ਕੰਮ ਕਰ ਦੇਣਗੇ ਸਾਹਿਬ। ਆਹ ਹਾਲਾਤ ਸਾਹਿਬ। ਤੇ ਇਹਨਾਂ ਨੂੰ ਵੋਟਾਂ ਚਾਹੀਦੀਆਂ। ਜੇ ਲੋਕ ਅੱਜ ਵੀ ਵੋਟ ਪਾਉਂਦੇ ਫਿਰ ਕਿਸਮਤ ਪੰਜਾਬ ਦੀ ਸਾਹਿਬ, ਫਿਰ ਲੋਕ ਦੇਖਣ। ਸਮਾਂ ਬਹੁਤ ਸੀਮਤ ਹੈ ਜੀ ਤੁਹਾਡੇ ਕੋਲ ਵੀ, ਸਾਡੇ ਕੋਲ। ਇੱਕ ਆਖਰੀ ਸਵਾਲ, ਤੁਸੀਂ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਨੂੰ, ਪੁਰਾਣੀ ਲੀਡਰਸ਼ਿਪ ਨੂੰ ਖਾਸ ਕਰਕੇ ਬੜੀ ਲਿਆਕਤ ਨਾਲ, ਬੜੀ ਸੂਝਵਾਨ ਸਮਝਦੇ ਹੋ, ਉਹਨਾਂ ਦੀ ਇੱਜ਼ਤ ਕਰਦੇ ਹੋ। ਪਰ ਮੌਜੂਦਾ ਹਾਲਾਤ ਵਿੱਚ ਇੱਕ ਗੱਲ ਚੱਲੀ ਸੀ, ਜਦੋਂ PM ਸਾਹਿਬ ਨੇ ਲੇਖ ਲਿਖ ਦਿੱਤਾ ਪ੍ਰਕਾਸ਼ ਸਿੰਘ ਮਰਹੂਮ ਆਗੂ ਬਾਰੇ, ਪ੍ਰਕਾਸ਼ ਸਿੰਘ ਬਾਦਲ ਬਾਰੇ, ਤਾਂ ਉਦੋਂ ਗੱਲ ਚੱਲੀ ਕਿ ਫਿਰ ਗੱਠਜੋੜ ਹੋ ਸਕਦਾ। ਤੁਸੀਂ ਕੀ ਸਮਝਦੇ ਹੋ, ਸਿਆਸਤ ਵਿੱਚ ਪੰਜਾਬ ਨੂੰ ਜੇਕਰ ਸਹੀ ਲੀਹਾਂ ਤੇ ਲਿਆਉਣਾ ਤੇ ਗੱਠਜੋੜ ਜ਼ਰੂਰੀ ਹੈ ਜਾਂ ਸਰ ਜੂਗਾ ਇਹਦੇ ਬਿਨਾਂ? ਅੱਜ ਪੰਜਾਬ ਨੂੰ ਕਿਸੇ ਨੂੰ ਵੀ ਵਹਿਮ ਨਹੀਂ ਹੋਣਾ ਚਾਹੀਦਾ ਵੀ ਉਹਦੇ ਬਿਨਾਂ ਪੰਜਾਬ ਦਾ ਸਰਦਾ ਹੈ ਕਿ ਨਹੀਂ ਸਰਦਾ ਸਾਹਿਬ। ਪੰਜਾਬ ਕਿਸੇ ਦਾ ਹੀ ਕਿਉਂ ਸਭ, ਚਾਹੇ BJP ਹੈ, ਚਾਹੇ ਕਾਂਗਰਸ ਹੈ, ਅਕਾਲੀ, ਪੰਜਾਬ ਨਹੀਂ ਕਿਤੇ। ਸਰਕਾਰਾਂ ਆਉਣਗੀਆਂ, ਸਰਕਾਰਾਂ ਜਾਣਗੀਆਂ, ਕੋਈ ਫਰਕ ਨਹੀਂ ਪੈਂਦਾ। ਕੋਲੀਸ਼ਨ ਬਣਨਗੇ, ਕੋਲੀਸ਼ਨ ਟੁੱਟਣਗੇ। ਕੁਐਸਚਨ ਆ ਹੈ, ਸਵਾਲ ਆ ਪੈਦਾ ਹੁੰਦਾ ਵੀ ਪੰਜਾਬ ਕਿਵੇਂ ਤਰੱਕੀ ਕਰੂਗਾ। ਰੁੜੀ ਤਾਂ ਹੁਣ ਵੀ ਜਾਂਦੇ ਆ ਸਭ, ਕਿੱਥੋਂ ਚੱਲ ਕੇ ਕਿੱਥੇ ਆ ਗਏ। ਹੁਣ 10,000 ਕਰੋੜ ਇੱਕ ਮਹੀਨੇ ਦਾ ਸਰਮਾਇਆ ਉਹਨਾਂ ਨੇ ਇਕੱਠਾ ਕੀਤਾ, ਅਸੀਂ 2000 'ਚ ਬੈਠੇ ਆ। ਕਿਸੇ ਨੂੰ ਬਿਠਾ ਦਿਓ ਤੁਸੀਂ ਉਸ ਕੋਰਸ ਤੇ, ਕੋਰਸ ਨਾ ਵੀ ਹੋਵੇ ਤਾਂ ਵੀ ਚੱਲ ਜਾਣੀ, ਸਰਕਾਰ ਤਾਂ ਚੱਲੂਗੀ। ਬਟ ਆਹ ਵਹਿਮ ਕਿਸੇ ਨੂੰ ਹੋਏ ਵੀ ਕਿਸੇ ਬਿਨਾਂ ਨਹੀਂ ਚੱਲਦਾ। ਪਰ ਉਹਨਾਂ ਨੂੰ ਆਪਣੇ ਆਪ ਨੂੰ ਇੱਕ ਲੀਡਰਸ਼ਿਪ ਐਸਟੈਬਲਿਸ਼ ਕਰਨ ਵਾਸਤੇ ਉਸ ਟਾਈਮ, ਕਿਉਂਕਿ ਚਰਚਾ ਇਸ ਕਰਕੇ ਚੱਲੀ, ਇੱਕ ਤਾਂ ਲੇਖ ਲਿਖਿਆ ਗਿਆ, ਇੱਕ ਕਹਿੰਦਾ ਸੁਖਬੀਰ ਜੀ ਨੇ ਮਾਫੀ ਮੰਗ ਲਈ ਉਸ ਦਿਨ ਉੱਥੇ, ਤੇ ਪੰਥ ਤੋਂ ਮਾਫੀ ਮੰਗੀ ਹੈ ਵੀ ਸਾਡੇ ਪਰਿਵਾਰ ਦੀ ਕੋਈ ਹੈਗੀ ਗਲਤੀਆਂ, ਮੰਗ ਲਈ ਮਾਫੀ। ਉਹਨਾਂ ਦਾ ਮੈਂ ਸਮਝਦਾ ਇੱਕ ਅੱਛਾ ਸਟੈਪ ਸੀਗਾ ਵੀ ਰਿਅਲਾਈਜ਼ਡ ਐਟਲੀਸਟ ਵੀ ਕਿਤੇ ਨਾ ਕਿਤੇ ਦਿਮਾਗ ਤੇ ਸੀਗਾ ਵੀ ਸਾਡੇ ਤੋਂ ਗਲਤੀਆਂ ਹੋਈਆਂ। ਕਈ ਲੋਕ ਸਵਾਲ ਕਰਦੇ ਵੀ ਦੱਸੀ ਨਹੀਂ ਕਿਹੜੀ ਗਲਤੀਆਂ, ਤਾਂ ਪਤਾ ਸਾਰਿਆਂ ਨੂੰ ਹੈ, ਉਹਨਾਂ ਨੂੰ ਵੀ ਦਿਲ 'ਚ ਹੈ। ਚਲੋ ਇਹਨਾਂ ਨੇ ਐਡੀ ਵੱਡੀ ਗੱਲ ਹੈ ਵੀ ਮੰਨੀ ਹੈ। ਮੰਗਣਾ ਤੇ ਮਿਲਣਾ, ਉਹ ਮਾਫੀ ਮਿਲ ਗਈ ਕਿ ਲੋਕਾਂ ਨੇ ਐਕਸੈਪਟ ਕਰ ਲਿਆ ਕਿ ਨਹੀਂ? ਮੇਰਾ ਮੰਨਣਾ ਲੋਕ ਐਕਸੈਪਟ ਉਦੋਂ ਕਰਨਗੇ ਜਦੋਂ ਜਿਸ ਕੰਮ ਵਾਸਤੇ ਪਾਰਟੀ ਬਣੀ ਸੀ, ਪੰਥਕ ਸੋਚ ਦੇ ਉੱਤੇ ਪਹਿਰਾ ਦੇਣ ਵਾਸਤੇ, ਪੰਥਕ ਇੰਟਰਸਟ ਨੂੰ ਪ੍ਰੋਟੈਕਟ ਕਰਨ ਵਾਸਤੇ, ਉਸ ਪੰਥ ਦੇ ਵਾਸਤੇ ਪੋਲੀਟੀਕਲੀ ਉਹਨੂੰ ਕਰਨ ਵਾਸਤੇ, ਜਦੋਂ ਉਸ ਤੋਂ ਥਿੜਕ ਗਏ ਸੁਖਬੀਰ ਜੀ, ਉਹਦੇ ਬਾਅਦ ਆ ਦਿਨ ਦੇਖਣੇ ਪਏ ਹੈ ਵੀ ਅੱਜ ਆ ਪਬਲਿਕਲੀ ਉਹਨਾਂ ਨੂੰ ਅਪੋਲੋਜਾਈਜ਼ ਕਰਨਾ ਪਿਆ। ਅਗਰ ਠੀਕ ਚੱਲਣਗੇ, ਜਿਵੇਂ ਕਿਹਾ ਸੀ ਮੈਂ, ਬਾਦਲ ਸਾਹਿਬ ਤਾਂ ਨਹੀਂ ਬਣ ਸਕਦਾ ਪਰ ਉਹਨਾਂ ਦੀ ਰਾਹ 'ਤੇ ਚੱਲੂਗਾ। ਜੇ ਚੱਲਣਗੇ ਉਸ ਜਿਸ ਤਰ੍ਹਾਂ ਉਹਨਾਂ ਦਾ ਮਿਲ ਵਰਤੋਂ ਸੀ, ਜਿਹੜਾ ਉਹਨਾਂ ਦਾ ਤਰੀਕਾ, ਦੇਖੋ ਉਹ ਤਾਂ ਹੁਣ ਫਿਰ ਮੇਰਾ ਤਾਂ ਦੇਖੋ ਬਾਦਲ ਸਾਹਿਬ ਨਾਲ ਬਹੁਤ, ਮੇਰੇ ਤੇ ਬਹੁਤ ਵੱਡਾ ਉਹਨਾਂ ਦਾ ਆਸ਼ੀਰਵਾਦ ਹਮੇਸ਼ਾ ਹੀ। ਇੰਸਪੈਕਟ ਸਾਡੀ ਉੱਥੇ ਬੜੀ ਤਿੱਖੀਆਂ ਤਕਰਾਰਾਂ ਹੋਈਆਂ, ਸਾਰਾ ਕੁਛ ਹੀ ਸੀਗਾ। ਇਵਨ ਐਕਸਟ੍ਰੀਮ ਕੰਡੀਸ਼ਨਸ ਦੇ ਅੰਦਰ ਜਦੋਂ ਬਰਗਾੜੀ ਵਾਲਾ ਮਸਲਾ ਬਹੁਤ ਪੱਕਿਆ ਸੀਗਾ, ਉਦੋਂ ਵੀ ਬਾਦਲ ਸਾਹਿਬ ਸਾਡੇ ਘਰੇ ਉੱਥੇ ਪਿੰਡ ਮੌਜਗੜਾ ਆ ਕੇ ਗਏ, ਅੰਮ੍ਰਿਤਸਰ ਉੱਥੇ ਗਏ ਸੀਗੇ, ਗੰਗਾ ਨਗਰ ਆਉਣ ਲੱਗੇ, ਉਹ ਰੁਕ ਕੇ ਗਏ, ਬੱਚਿਆਂ ਨੂੰ ਮਿਲ ਕੇ ਗਏ ਸਾਰੇ। ਉਹ ਹੀ ਕਰ ਸਕਦੇ ਸੀ, ਹੋਰ ਕੋਈ ਨਹੀਂ ਸੀ ਕਰ ਸਕਦਾ। ਉਹਨਾਂ ਨੇ ਇਸ ਗੱਲ ਨਾਲ ਵੀ ਰਾਜਨੀਤੀ ਇੱਕ ਥਾਂ, ਸਾਡੇ ਜਿਹੜੇ ਨਿੱਜੀ ਸੰਬੰਧ ਇੱਕ ਥਾਂ। ਉਸੇ ਨਿੱਜੀ ਸੰਬੰਧਾਂ ਦੇ ਕਰਕੇ ਪ੍ਰਧਾਨ ਮੰਤਰੀ ਆਏ ਵੀ, ਲੇਖ ਵੀ ਲਿਖਿਆ। ਸੋ ਉਹਨੂੰ ਮੇਨਟੇਨ ਕਰਨ ਵਾਸਤੇ ਉਸ ਇਸ਼ੂ ਨੂੰ ਅੱਗੇ ਕਰ। ਬਾਕੀ ਪਾਰਟੀ ਜਿੱਥੇ ਤਾਈਂ BJP ਦਾ ਸਵਾਲ ਹੈ, BJP ਦੀ ਲੀਡਰਸ਼ਿਪ ਜਿਹੜੀ ਹੈ ਉਹ ਸਮਝਦੀ ਹੈ, ਉਹ ਕਹਿੰਦੇ ਨੇ there's always opportunity in adversity also। ਆਹ opportunity ਹੈ ਸਭ ਪਾਰਟੀ ਬਿਲਡ ਕਰਨ ਦੀ। ਹੋਰ ਤਾਂ ਕਿਤੇ ਪਾਰਟੀ ਕਿਤੇ ਸਾਰਿਆਂ ਤੇ ਨਹੀਂ ਚੱਲਦੀ। ਇੱਥੇ ਜਿਹੜੀ ਨੈਸ਼ਨਲ ਪਾਰਟੀ ਹੈ ਅੱਜ ਹਿੰਦੁਸਤਾਨ ਤੇ ਰੂਲ ਕਰ ਰਹੀ ਹੈ, ਆਹ ਤਾਂ ਨਹੀਂ ਵੀ ਉਹ ਕਿਤੇ ਸਾਰੇ ਕਿਸੇ ਵਿਸਾਖੀਆਂ ਤੇ ਖੜੀ ਹੈ। ਅੱਜ ਉਹਨਾਂ ਕੋਲ ਮੌਕਾ ਹੈ ਵੀ ਜਾ ਕੇ ਆਪਣਾ ਜਿਹੜਾ ਕੰਮ ਇਹਨਾਂ ਤੇ ਛੱਡਿਆ ਸੀਗਾ, ਬਾਦਲ ਸਾਹਿਬ 'ਚ ਛੱਡਿਆ ਸੀਗਾ, ਵੀ ਉਹਨਾਂ ਨੇ ਕਿਹਾ ਪਿੰਡਾਂ 'ਚ ਤੁਸੀਂ ਨਾ ਜਾਓ, ਮੈਂ ਬੈਠਾ। ਉਹ ਕਹਿੰਦੇ ਨੇ ਮੈਂ ਹੂੰ ਨਾ,
ਉਹ ਮੈਂ ਹੂੰ ਨਾਲ ਚੱਕਰ 'ਚ ਚਾਹੇ ਕਿਸਾਨੀ ਦਾ ਮੁੱਦਾ ਸੀ, ਚਾਹੇ ਪਿੰਡਾਂ ਵਾਲਾ ਮੁੱਦਾ ਸੀਗਾ, ਉਹ ਉਹਨਾਂ ਤੇ ਛੱਡਤਾ। ਉਹ ਕਿਤੇ ਨਾ ਕਿਤੇ ਕੁਤਾਹੀ ਆ ਹੋ ਗਈ ਵੀ ਜਿਹੜਾ ਕੰਮ ਬਾਦਲ ਸਾਹਿਬ ਨੂੰ ਉਦੋਂ ਕਹਿਣਾ ਚਾਹੀਦਾ ਸੀ ਵੀ ਆ ਖੇਤੀ ਕਾਨੂੰਨ ਜਿਹੜੇ ਹੈ ਸਹੀ ਨਹੀਂ ਜੀ, ਤੁਸੀਂ ਇਹ ਕਿਸਾਨਾਂ ਨੇ ਮੰਨਣੇ ਨਹੀਂ, ਤੁਸੀਂ ਇਹਨੂੰ ਨਾ ਛੇੜੋ, ਤੇ ਸ਼ਾਇਦ ਗੱਲ ਬਣਦੀ ਨਹੀਂ। ਪਰ ਜੋ ਹੋਣਾ ਸੀ ਉਹ ਤਾਂ ਵਾਪਰ ਗਿਆ। ਹੁਣ ਅੱਜ ਮੌਕਾ ਹੈ ਬੀਜੇਪੀ ਕੋਲ ਆਪਣੇ ਆਪ ਨੂੰ ਐਸਟੈਬਲਿਸ਼ ਕਰਨ ਦਾ। ਐਸਟੈਬਲਿਸ਼ ਕਰਦੇ ਹੈ। ਦੇਖੋ, ਇਟਸ ਨਾਟ ਫਾਸਟ ਫੂਡ। ਅੱਜ ਕੱਲ੍ਹ ਕੀ ਹੈ ਜੀ, ਆਪਾਂ ਪੀਜ਼ਾ ਆਰਡਰ ਕਰਦੇ ਹਾਂ, ਜਿਹੜੇ ਹੈ ਕੰਪਨੀ ਵਾਲੇ 30 ਮਿੰਟ 'ਚ ਡਿਲੀਵਰ ਨਹੀਂ ਕਰਦੇ ਵੀ ਮੈਂ ਤਾਂ ਪੈਸੇ ਨਹੀਂ ਦੇਣੇ, ਲੇਟ ਹੋ ਗਏ। ਪੋਲੀਟਿਕਸ ਆ ਕੋਈ ਫਾਸਟ ਫੂਡ ਹੈ ਨਹੀਂ ਜੀ। ਪੀਜ਼ਾ ਆਰਡਰ ਕਰਤਾ ਵੀ 2 ਦਿਨਾਂ 'ਚ ਜੀ, ਆ ਤਾਂ ਹੁਣ ਤਾਂ ਤੁਹਾਡੀ ਪਾਰਟੀ ਖੜੀ ਹੋ ਗਈ। ਸੰਘਰਸ਼ ਹੈ ਸਾਹਿਬ, ਕਰੋ, ਨਤੀਜੇ ਮਿੱਠੇ ਆਉਣਗੇ। ਪਰ ਜਿੱਥੇ ਤਾਈਂ ਟਾਈ ਅਪ ਦਾ ਕੋਈ ਸਵਾਲ ਆਪਸ 'ਚ, ਓਨਲੀ ਫਿਊਚਰ ਵਿਲ ਟੈਲ ਸਾਹਿਬ। ਦੇਖੋ, ਹਰਦੀਪ ਪੁਰੀ ਜੀ ਨੇ ਤਾਂ ਬਿਲਕੁਲ ਠੋਕ ਕੇ ਕਹਿਤਾ ਵੀ ਕੋਈ ਨਹੀਂ ਹੋਣਾ, ਪਰ ਮੇਰਾ ਮੰਨਣਾ ਹੈ ਵੀ ਰਾਜਨੀਤੀ ਕਹੀ ਜਿਹੀ ਚੀਜ਼ ਹੈ ਜਿਸ 'ਚ ਕੋਈ ਫੁੱਲ ਸਟਾਪ ਨਹੀਂ ਹੁੰਦਾ ਸਾਹਿਬ। ਦੇਖੋ ਕੱਲ ਕੀ ਹਾਲਾਤ ਬਣਦੇ ਆ, ਹਾਓ ਬਾਦਲ ਸੁਖਬੀਰ ਜੀ ਕਿਸ ਤਰ੍ਹਾਂ ਆਪਣੇ ਆਪ ਨੂੰ ਕੰਡਕਟ ਕਰਦੇ ਆ ਪਾਰਟੀ ਨੂੰ। ਅਗਰ ਪਹਿਲਾਂ ਤਾਂ ਉਹ ਆਪਣੀ ਐਕਸੈਪਟੇਬਿਲਿਟੀ ਵਿਦਨ ਪਾਰਟੀ ਤਾਂ ਕਰਨ ਸਾਹਿਬ, ਬੀਜੇਪੀ ਉਹਨਾਂ ਨੂੰ ਐਕਸੈਪਟ ਕਰਦੀ ਹੈ ਕਿ ਨਹੀਂ ਕਰਦੀ ਹੈ, ਦੈਟ ਵਿਲ ਬੀ ਅ ਸੈਕੰਡਰੀ। ਆਈ ਥਿੰਕ ਦਾ ਉਹਨਾਂ ਨੂੰ ਚੈਲੰਜ ਉੱਥੋਂ ਆਇਆ ਖੜਾ। ਸੋ ਉਹਨਾਂ ਹਾਲਾਤਾਂ 'ਚ ਇਟ ਇਜ਼ ਫਿਊਚਰ ਦੀ ਗੱਲ ਹੈ। ਇਹਨਾਂ ਵਾਸਤੇ ਅਪਰਚੁਨਿਟੀ ਹੈ। ਬੀਜੇਪੀ ਆਪਣੇ ਆਪ ਨੂੰ ਖੜਾ ਕਰਨ ਦੀ ਅਪਰਚੁਨਿਟੀ ਹੈ ਉਹਨਾਂ ਕੋਲ, ਆਪਣੇ ਵਜੂਦ ਨੂੰ ਬਚਾਉਣ ਦੀ। ਅੱਜ ਤਾਂ ਦੇਖੋ, ਟੂ ਬੀ ਓਨੈਸਟ, ਅੱਜ ਅਕਾਲੀ ਦਲ ਵੀ ਆਪਣੇ ਐਗਜ਼ਿਸਟੈਂਸ ਦੀ, ਵਜੂਦ ਦੀ ਲੜਾਈ ਲੜ ਰਿਹਾ ਵੀ ਅਸੀਂ ਰਵਾਂਗੇ ਕਿ ਖਤਮ ਹੋਣ ਲੱਗੇ ਹਾਂ। ਆਹੀ ਹਾਲ ਉਹਨਾਂ ਦਾ ਕਾਂਗਰਸ ਵਾਲਿਆਂ ਦਾ। ਉਹ ਆਪਣੀ ਐਗਜ਼ਿਸਟੈਂਸ ਨੂੰ ਲੜਾਈ ਲੜ ਰਹੇ। ਆਪਸੀ ਲੜਾਈ, 2 ਲੜਾਈਆਂ ਲੜ ਰਹੇ, ਇੱਕ ਤਾਂ ਆਪਸੀ ਲੜ ਰਹੇ, ਇੱਕ ਵਜੂਦ ਦੀ ਲੜ ਰਹੇ। ਸੋ ਇਹਨਾਂ ਹਾਲਾਤਾਂ 'ਚ ਇਸ ਅਪਰਚੁਨਿਟੀ ਟੂ ਪਾਰਟੀ ਬੀਜੇਪੀ ਟੂ ਐਸਟੈਬਲਿਸ਼ ਇਟਸੈਲਫ। ਜੀ, ਬਹੁਤ ਸ਼ੁਕਰੀਆ ਸਰ। ਥੈਂਕ ਯੂ ਸਰ। ਇਹ ਸਨ ਸਾਡੇ ਨਾਲ ਸੀਨੀਅਰ ਆਗੂ ਭਾਜਪਾ ਦੇ ਸੁਨੀਲ ਜਾਖੜ, ਜਿਨ੍ਹਾਂ ਨੇ ਆਪਣੀਆਂ ਗੱਲਾਂ ਰੱਖੀਆਂ ਨੇ, ਰਾਏ ਰੱਖੀ ਹੈ, ਖਾਸ ਕਰਕੇ ਇਸ ਜ਼ੋਨ ਨੂੰ ਲੈ ਕੇ ਜੋ ਚੱਲ ਰਿਹਾ ਜਾਂ ਮੁੱਖ ਮੰਤਰੀ ਸਾਹਿਬ ਵੱਲੋਂ ਜੋ ਕਿਹਾ ਜਾ ਰਿਹਾ, ਜੋ ਚਲਾਇਆ ਜਾ ਰਿਹਾ। ਇਹਨਾਂ ਦਾ ਇੱਕ ਵੱਡਾ ਦਾਅਵਾ ਇਹ ਹੈ, ਟਵੀਟ ਦਾ ਜਵਾਬ ਇਸ ਇੰਟਰਵਿਊ ਦੇ ਜ਼ਰੀਏ ਇੱਕ ਠੋਸ ਰੂਪ ਵਿੱਚ ਮੈਨੂੰ ਲੱਗਦਾ ਕਿ ਆ ਗਿਆ ਹੋਣਾ। ਸਰਕਾਰ ਨੂੰ ਇਸ ਤੇ ਗੌਰ ਕਰਨਾ ਚਾਹੀਦਾ ਕਿ 1000 ਕਰੋੜ ਰੁਪਏ ਦੇ ਜੇ ਘਾਟੇ ਦੀ ਗੱਲ ਹੋ ਰਹੀ ਹੈ ਤੇ ਨਾਲ ਚੱਲਣ ਨੂੰ ਤਿਆਰ ਨੇ, ਪਰ ਇਹਨਾਂ ਦਾ ਕਹਿਣਾ ਹੈ ਕਿ ਇਸ਼ਤਿਹਾਰਬਾਜ਼ੀ ਤੇ ਨਾ ਖਰਚਿਓ, ਉਹ ਕਿਸੇ ਕੰਮ ਲਾਇਓ, ਫਿਰ ਅਸੀਂ ਨਾਲ ਚੱਲਣ ਨੂੰ ਤਿਆਰ ਹਾਂ। ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਿਆਸਤ ਵਿੱਚ ਹੋਰ ਕੀ ਕੁਝ ਵੇਖਣ ਨੂੰ, ਕੀ ਕੁਝ ਸੁਣਨ ਨੂੰ ਮਿਲਦਾ ਹੈ। ਫਿਲਹਾਲ ਇਸ ਮੁਲਾਕਾਤ 'ਚ ਇੰਨਾ ਹੀ। ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਧੂਕਾ, ABC ਪੰਜਾਬ, ਜਲੰਧਰ।